ਦੇਵੀ ਗਾਵਾ ਜੀਉ ਧਰ ਮਹਿਤਾਉ ਬਸੈ ਪੰਚ ਕਿਰਸਾਲਾ ਨੈਨੋ ਨਕਤੁ ਸ਼ਰਮ ਰਸ ਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਆਪਣਾ ਬਸ ਇਹ ਗਾਓ ਘੜੀ ਘੜੀ ਕਾ ਲਿਖਾ ਮੰਗੈ ਕਾਇ ਚੇਤੂ ਨਾਵੋ ਧਰਮ ਰਾਏ ਜਬ ਲਿਖਾ ਮੰਗੈ ਬਾਕੀ ਨਿਕਸੀ ਭਾਰੀ ਪੰਜ ਕਿਰਸਾਨ ਭਾਗ ਗਏ ਲੈ ਬਾਧਿਓ ਜੀਉ ਦਰਬਾਰੀ ਕਹਿ ਕਬੀਰ ਸੁਨ ਹੋਏ ਸੰਤਾ ਖੇਤ ਹੀ ਕਰੋ ਨਿਮੇਰਾ ਆਪ ਕੀ ਬਾਰ ਬਖਸ਼ ਬੰਦੇ ਕਹੋ ਬਾਬਰ ਨਾ ਭੋਜਨ ਫੇਰਾ ਆਪ ਕੀ ਬਾਰ ਬਖਸ਼ ਬੰਦੇ ਕਹੋ ਬਾਬਰ ਨਾ ਭੋਜਨ ਫੇਰਾ ਵਾਹਿਗੁਰੂ ਅਜੈ ਅਨਾਸੀ ਕੁਲ ਖੜਕਰ ਵਾਲੀ ਰਹਾਨ ਹਸਤੀ ਮੁਕੱਦਸ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਸਤੀ ਅੰਦਰ ਸੁਭਾਏਮਾਨ ਗੁਰੂ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪੋ ਆਪਣੀ ਆਤਮਾ ਦੇ ਭਲੇ ਵਾਸਤੇ ਅਤੇ ਸੁਰਤ ਨੂੰ ਗੁਰੂ ਸ਼ਬਦ ਵਿਚਾਰ ਦੇ ਨਾਲ ਜੋੜਨ ਵਾਸਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਆਪ ਅੱਜ ਸਭ ਸਾਥ ਸੰਬੰਧੀ ਰਿਸ਼ਤੇਦਾਰ ਇਕੱਤਰ ਹੋਏ ਹੋ, ਜੋ ਕਿ ਸੇਵਕ ਪਰਿਵਾਰ ਸਵਰਗਵਾਸੀ ਸਰਦਾਰ ਦੇਸਰਾਜ ਸਿੰਘ, ਸਰਦਾਰ ਮੋਹਨ ਸਿੰਘ, ਸਰਦਾਰ ਸੋਹਨ ਸਿੰਘ, ਸਰਦਾਰ ਰੋਸ਼ਨ ਸਿੰਘ, ਉਹਨਾਂ ਦਾ ਪਰਿਵਾਰ ਸਰਦਾਰ ਗੁਰਪਾਲ ਸਿੰਘ ਦੀ ਧਰਮ ਪਤਨੀ ਬੀਬੀ ਇੰਦਰਜੀਤ ਕੌਰ, ਜੋ ਕਿ ਸੇਵਕ ਪਰਿਵਾਰ ਨੂੰ ਸਦੀਵ ਵਿਛੋੜਾ ਦੇ ਰਹੇ ਹਨ। ਉਹਨਾਂ ਦੇ ਨਿਮਿਤ ਗੁਰੂ ਦੀ ਕਲਿਆਣਤਾ ਵਾਸਤੇ ਸੇਵਕ ਪਰਿਵਾਰ ਨੇ ਗੁਰਦੁਆਰਾ ਅੰਗੀਠਾ ਸਾਹਿਬ ਸਵਾਮ ਵਿਖੇ ਅੱਜ ਗੁਰੂ ਸ਼ਬਦ ਦੇ ਵਿਚਾਰ ਹਰੀ ਰਸ ਕਥਾ ਦੀ ਵਾਰਤਾ ਉਸ ਵਿਚਲੀ ਰੂਹ ਵਾਸਤੇ ਗੁਰੂ ਦੀ ਸੰਗਤ ਦਾ ਅਤੇ ਗੁਰੂ ਦਾ ਸਨਮੁਖ ਹੋ ਕੇ ਪੰਡਾਲ ਦੇ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਸਾਧ ਸੰਗਤ ਜੀ, ਸਭ ਨੇ ਅਰਦਾਸ ਕਰਨੀ ਹੈ ਤੇ ਅਰਦਾਸ ਕਰਨੀ ਕੀ ਹੈ। ਇਹ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ
ਵੀ ਸੱਜਣ ਵੀਰ ਆਪਾਂ ਪੰਡਾਲ ਦੇ ਵਿੱਚ ਬੈਠੇ ਹਾਂ, ਧਿਆਨ ਰੱਖਣਾ ਹੈ ਹੋ ਸਕੇ ਤੇ ਫੋਨ ਆਪੋ ਆਪਣੇ ਸਾਇਲੈਂਟ ਮੋਡ ਤੇ ਲਾ ਦਿਓ। ਜਿੰਨੇ ਵੀ ਕਿਸੇ ਦਾ ਕੋਈ ਐਮਰਜੈਂਸੀ ਫੋਨ ਵੀ ਆਉਂਦਾ ਹੈ, ਸੋ ਹੋ ਸਕੇ ਤੇ ਬਾਹਰ ਜਾ ਕੇ ਆਪ ਵੀ ਇਸ ਗੱਲ ਦੀ ਵਿਚਾਰ ਕਰਨੀ, ਕਿਉਂਕਿ ਜਦੋਂ ਵੀ ਆਪਾਂ ਗੁਰੂ ਦੀ ਸ਼ਰਨ ਆਉਂਦੇ ਹਾਂ, ਇੱਕ ਰਾਜੇ ਦੇ ਦਰਬਾਰ ਦੇ ਵਿੱਚ ਜਾਈਏ ਤਾਂ ਯਾਦ ਰੱਖਣਾ, ਇੱਕ ਰਾਜੇ ਦੇ ਦਰਬਾਰ ਦੇ ਵਿੱਚ ਚਾਹੇ ਕਿੰਨੀ ਵੀ ਪਰਜਾ ਕਿਉਂ ਨਾ ਹੋਵੇ, ਤੇ ਪਰਜਾ ਦੇ ਵਿੱਚੋਂ ਕੋਈ ਵੀ ਰਾਜੇ ਦੇ ਸਾਹਮਣੇ ਬੋਲਦਾ ਨਹੀਂ, ਤੇ ਮਾਫ ਕਰਨਾ ਇਹ ਤੇ ਸਭ ਰਾਜਨ ਕੇ ਰਾਜਾ, ਸਾਰੀ ਦੁਨੀਆ ਦੇ ਰਾਜੇ ਹਨ। ਸੋ ਹੋ ਸਕੇ ਤੇ ਆਪ ਆਪਣੇ ਮੂੰਹ ਸਾਇਲੈਂਟ ਮੋਡ ਤੇ ਰੱਖਣਾ ਜੀ। ਰਹੋ ਵਿਚਾਰ ਸਭ ਨੇ ਅਰਦਾਸ ਕਰਨੀ ਹੈ ਗੁਰੂ ਦੇ ਚਰਨਾਂ ਦੇ ਵਿੱਚ ਕਿ ਪਾਤਸ਼ਾਹ ਜੀ ਗੁਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੋ ਸਾਰੇ ਗੁਰਬਾਣੀ ਦੇ ਵਿੱਚ ਪ੍ਰਮਾਣ ਕਰਦੇ ਹਨ ਕਿ ਜੋ ਸੰਸਾਰ ਹੈ ਸਾਧ ਸੰਗਤ ਜੀ ਇਹ ਨਾਸ਼ਵਾਨ ਹੈ, ਮਿਥਿਆ ਹੈ, ਇੱਥੇ ਸਦਾ ਵਾਸਤੇ ਕਿਸੇ ਨੇ ਨਹੀਂ ਰਹਿਣਾ, ਕਿਉਂਕਿ ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ, ਆਪਣੀ ਵਾਰੀ ਦੇ ਮੁਤਾਬਕ ਜਿੰਨੇ ਸਵਾਸ ਉਸ ਅਕਾਲ ਵਾਹਿਗੁਰੂ ਨੇ ਸਾਨੂੰ ਬਖਸ਼ੇ ਹਨ, ਉਨੇ ਸਵਾਸ ਵੀ ਆਪਣੇ ਭੋਗ ਕੇ ਇਸ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਕੇ ਉਸ ਅਕਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਸੀਂ ਪਹੁੰਚ ਜਾਣਾ ਹੈ, ਵਿਰਾਜਮਾਨ ਹੋ ਜਾਣਾ, ਤੇ ਉਹ ਜਗ੍ਹਾ ਪ੍ਰਾਪਤ ਆਪੋ ਆਪਣੇ ਕਰਮਾਂ ਦੇ ਹਿਸਾਬ ਨਾਲ ਸਾਨੂੰ ਹੋਣੀ ਹੈ। ਜੋ ਇੱਥੇ ਆ ਕੇ ਸੀ ਉਸ ਅਕਾਲ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ, ਉਸੇ ਹਿਸਾਬ ਦੇ ਨਾਲ ਸਾਨੂੰ ਅਗਲਾ ਜਨਮ ਪ੍ਰਾਪਤ ਹੋਣਾ ਹੈ। ਤੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਇਹ ਦਰਜ ਕਰਦੇ ਹਨ, ਦੱਸੈ ਦੋਸ ਨਾ ਕੀਜੈ ਤਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਕੀਜੈ ਅਵਰ ਜਨਾ। ਸਾਹਿਬ ਜੀ ਕਿਸੇ ਦਾ ਕੋਈ ਦੋਸ਼ ਨਹੀਂ ਹੈ, ਇਹ ਤੇਰੇ ਕਰਮਾਂ ਦਾ ਹੀ ਦੋਸ਼ ਹੈ। ਜਿਹੋ ਜਿਹਾ ਤੂੰ ਬੀਜੇਗਾ ਉਹੋ ਜਿਹਾ ਫਲ ਤੈਨੂੰ ਵੱਢਣਾ ਪੈਣਾ। ਇਹ ਉਸੇ ਤਰ੍ਹਾਂ ਹੀ ਹੈ, ਫਰੀਦਾ ਲੋੜੈ ਦਾਗ ਜੁਲੀਆਂ, ਕਿੱਕਰ ਬੀਜੈ ਜੱਟ, ਹੰਡੈ ਪੁੰਨ ਕਰਤਾਏ ਦਾ ਪਹਿਲਾ ਲੋੜੈ ਪੜ। ਸਾਹਿਬ ਕਹਿੰਦੇ ਹਨ ਇਹ ਇਨਸਾਨ ਮਨ ਦੇ ਵਿੱਚ ਤੇਰੇ ਵਲਵਲਾ ਹੋਵੇ ਵੀ ਖੇਤ ਦੇ ਵਿੱਚ ਤੂੰ ਜਿਹੜਾ ਬੂਟਾ ਬੀਜਣਾ ਹੈ ਨਾ, ਜਿਹੋ ਜਿਹਾ ਪੌਦਾ ਬੀਜਣਾ ਹੈ, ਸੱਚ ਜਾਣੀ ਜਿਹੜਾ ਤੂੰ ਪੌਦਾ ਬੀਜਣਾ ਹੈ, ਆਖਰਕਾਰ ਉਸ ਪੌਦੇ ਨੂੰ ਫਲ ਵੀ ਉਹੀ ਲੱਗਣਾ ਹੈ। ਤੇ ਕਿਤੇ ਮਨ ਦੇ ਵਿੱਚ ਤੂੰ ਵਿੱਚ ਚਿਤਾਰ ਲਵੇਂ ਕਿ ਕਿੱਕਰ ਦਾ ਬੂਟਾ ਬੀਜ ਕੇ ਤੇ ਸੋਚੇ ਵੀ ਤੈਨੂੰ ਬਿਜੌਰ ਦੇਸ਼ ਦੀਆਂ ਦਾਖਾਂ ਪ੍ਰਾਪਤ ਹੋ ਜਾਣਗੀਆਂ। ਬਾਬਾ ਫਰੀਦ ਜੀ ਕਹਿੰਦੇ ਹਨ ਇਹ ਹੋ ਨਹੀਂ ਸਕਦਾ, ਕਿਉਂਕਿ ਲੋੜੈ ਦਾਗ ਜੁਲੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪਹਿਲਾ ਲੋੜੈ ਪੜ। ਕਿ ਜੈਸਾ ਪੌਦਾ ਬੀਜੇਗਾ ਉਗਣਾ ਉਹੀ ਹੈ। ਸੋ ਆਪੋ ਆਪਣੇ ਕਰਮਾਂ ਦਾ ਫਲ ਪ੍ਰਾਪਤ ਹੁੰਦਾ ਹੈ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਜਿਸ ਨੂੰ ਉਸ ਦਾ ਸੱਦਾ ਆ ਜਾਂਦਾ ਹੈ। ਪਿਆਰਿਓ, ਇਹ ਸੰਸਾਰ ਛੱਡ ਕੇ ਜਾਣਾ ਮਿਲਦਾ ਹੈ। ਯਾਦ ਰੱਖਣਾ, ਸੰਸਾਰ ਛੱਡਣ ਦਾ ਦਿਲ ਕਿਸੇ ਦਾ ਨਹੀਂ ਕਰਦਾ, ਨਾ ਸਾਡਾ ਕਰਦਾ ਹੈ ਨਾ ਤੁਹਾਡਾ ਕਰਦਾ ਹੈ। ਪਰ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆ ਜਾਂਦਾ ਹੈ, ਉਸ ਦੀ ਦਰਗਾਹ ਦੇ ਵਿੱਚ ਸੱਦਾ ਆ ਜਾਂਦਾ ਹੈ, ਚਿੱਠੀ ਆ ਜਾਂਦੀ ਹੈ, ਫਿਰ ਉਸ ਸੱਦੇ ਦੇ ਮੁਤਾਬਕ ਗੁਰੂ ਸਾਹਿਬ ਦੇ ਜਾਣਾ ਪੈਂਦਾ ਹੈ। ਤੇ ਸਾਹਿਬ ਦੀ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ, ਜਿਨ ਕੀ ਚੀਰੀ ਦਰਗਹਿ ਪਾਟੀ, ਤਿਨਾ ਮਰਣਾ ਭਾਈ। ਗੁਰੂ ਸਾਹਿਬ ਜੀ ਨੇ ਜਿਨ੍ਹਾਂ ਦੀ ਦਰਗਾਹ ਦੇ ਵਿੱਚ ਚਿੱਠੀ ਭੇਜ ਦਿੱਤੀ ਨਾ, ਜਿਨ੍ਹਾਂ ਦਾ ਸੁਨੇਹਾ ਗੁਰੂ ਦੇ ਦਰਬਾਰ ਦੇ ਵਿੱਚੋਂ ਆ ਗਿਆ,
अजकल चिट्ठी का रिवाज नहीं है, हम फोन आ गए। पहले समय के आप सब भली भांत जानते हो, पहले समय के जे किसी रिश्तेदार साग संबंधी सदा देना उसनों चिट्ठी भेजा करते सन। तो जी चिट्ठी भेजते सन, उस चिट्ठी के जो भी लिखा होंगे उसके बाहरली खबर को ये पता लग जाता कि ये चिट्ठी खुशी की है या गमी की है। उसका कारण की सी, उस चिट्ठी में थोड़ा जहा पाठ दिता जाता है। भाव वो जो भी चिट्ठी खुलती पता लग जाता कि ये सुनेहा खुशी का है या गमी का। तो गुरु साहिब कहते जिनकी चीज दर है पाठी किन्ना मरना आए, जिन्हों की दरगाह चिट्ठी पाट गई तो साहिब कहते उन्होंने फिर इतों जाना चाहिए। जो दुनिया से आया है वो आपको अपने कर्म लिखा के लेके आया, अपने नाल अपने स्वासा की पूंजी स्वासा की गंढ बन के लिया है। तो साहिब कहते जो जाता है फिर समा आता है, स्वासा की गंढ के विचों एक 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 करके स्वास पूरे हो जाते हैं, पानी खाली हो जाती है। तो फिर इतों उसनों कूच करना पैंदा, क्योंकि ये सारे का फरमान ही ऐसा है, हुक्म ही ऐसा है। ये संसार जो दिख रहा है मिथ्या है। ये साहिब ने इतों तक कह दिता है, साहिब कहते हैं मत मान करी अपने सोहने शरीर का, अपने उच्ची आवाज का, अपने धन का। कहते प्यारिया इस दुनिया के पता नहीं किड्डे किड्डे राजे हो के इस संसार को कूच कर गए। साहिब ने गुरबाणी के अनेकों ही उदाहरण दिया हैं। तो साहिब ने एक ये भी गल स्पष्ट की है, इस तो कोई भी नहीं बचिया, चाहे वो सियाना है चाहे वो मूर्ख है। सहज सियाणपा लख बुरे का एक न चलै ना। जबकि साहिब गुरु नानक पातशाह रोज आप गीता प्रति सरवण करते हो। साहिब ने सियाण के नाम की मौत तो बचिया नहीं जा सकता, धन के नाम की मौत तो बचिया नहीं जा सकता, ताकत के नाम की मौत तो बचिया नहीं जा सकता। ये सब आनी है। बाबा फरीद की गुरबाणी के दर्ज करते हैं, फरीदा दरिया है कन्नै बगुला बैठा केल करे दे हंजों अचिंते बाज पे शराब दे केला मिसरियां। जो मन चित न चेते सन सो गाली रब दियां। हरेक इंसान सोचता है भी जो पड़ोसी के नाल होया है वो मेरे नाल नहीं होना। गुरु साहिब जी ने नहीं, बस यही गल है। साध संगत जी माफ करना, अज आप 78 होए ना। बीबी इंद्रजीत कौर की आत्मा की शांति वास्ते आप सब ने अरदास करनी है, पर इतों एक मैसेज भी लेके जाना है। गुरु साहिब गुरबाणी के दर्ज करते हैं, पारोसी के जो हुआ तू अपने की जान। साहिब कहते जो गवांढी के नाल हो गया सच जाने एक दिन तेरे नाल ही होना है, पर सच जाने माफ करना ये गल असीं कतई भी कबूल नहीं करते कि जो पड़ोसी के नाल होया साडे नाल भी होना। नौवें पातशाह गुरबाणी के दर्ज करते हैं, साधो रचना राम बनाई एक बिलस है एक अस्थिर मन है अचरज लगे ना जाए। नौवें पातशाह कहते मैं हैरान हाँ इस गल को देख के, कहते जी रचना है अकाल वाहिगुरू की रची हुई है। याद रखना इस कुदरत को देखने की कोशिश करना। कुदरत के रंग बड़े अनेक हैं, बड़े प्यारे कुदरत के रंग, पर माफ करना कि आपको अपने दुखों के ही रुझे हुए हाँ, अपने दुख को ही असी पहल दिंदे हाँ। साहिब कहते दुनिया की खुशी के बड़े रंग हैं, पर सब तो पूरा रंग की है उस अकाल वाहिगुरू
ਦਾ ਇੱਕ ਇੱਕ ਪੜਾਅ, ਇੱਕ ਇੱਕ ਸਵਾਸ ਅਸੀਂ ਅਗਰ ਸਫਲਾ ਕਰ ਲਿਆ ਨਾ, ਇਹ ਬੜੇ ਬੇਅੰਤ ਹਨ। ਗੁਰੂ ਪਾਤਸ਼ਾਹ ਧਨਾਸਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸ਼ਬਦ ਦਰਜ ਕਰਦੇ ਹਨ। ਸਾਹਿਬ ਕਹਿੰਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰਿ, ਜਾ ਕੈ ਵਸ ਹੈ ਕਾਮ ਤੇਨਾ, ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਉੱਥੇ ਮਨ ਨੂੰ ਸੰਬੋਧਨ ਕਰਦੇ ਕਹਿੰਦੇ ਹਨ, ਇੱਛਾ ਪੂਰਕ ਸਰਬ ਸੁਖ ਦਾਤਾ। ਇਕੱਲੇ ਅੰਤਲੇ ਸਮੇਂ ਲਈ ਸਾਹਿਬ ਕਹਿੰਦੇ ਨੇ, ਜਿੰਨੀਆਂ ਵੀ ਤੇਰੇ ਮਨ ਦੀਆਂ ਇੱਛਾਵਾਂ ਹਨ, ਜਿੰਨੇ ਵੀ ਤੇਰੇ ਸਵਾਲ ਹਨ, ਉਹਨਾਂ ਦਾ ਜਵਾਬ ਤੇਰੀ ਗੁਰਬਾਣੀ ਤੋਂ ਮਿਲੇਗਾ। ਬਤੌਰ ਸ਼ਰਤ ਕੀ ਹੈ? ਮਨ ਨੂੰ ਸਪਾਟ ਕਰਕੇ ਆ, ਅਹੰਕਾਰ ਨਹੀਂ, ਇਸ ਦਰ ਤੇ ਅਹੰਕਾਰ ਨਹੀਂ ਚੱਲਦਾ। ਤਾਂ ਹੀ ਤਾਂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੈ, ਦਰਜ ਕੀਤਾ ਹੈ, ਕਬੀਰ ਮਨ ਮੈਦਾਨ ਕਰ ਟੋਏ ਟਿੱਬੇ ਲਾਏ। ਕਹਿੰਦੇ ਮਨ ਨੂੰ ਸਪਾਟ ਕਰਨਾ, ਮੈਦਾਨ ਬਣਾਉਣਾ। ਜਿਹੜੇ ਮਨ ਦੇ ਵਿੱਚ ਈਰਖਿਆ, ਦਵੇਸ਼, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਾ, ਚੁਗਲੀ ਵਾਲੇ ਟੋਏ ਟਿੱਬੇ ਹਨ ਨਾ, ਇਹਨਾਂ ਨੂੰ ਲਾ ਮਨ ਸਪਾਟ ਕਰ ਲੈ, ਸਾਫ਼ ਕਰ ਲੈ। ਤੇ ਨੌਵੇਂ ਪਾਤਸ਼ਾਹ ਇਹੀ ਦੱਸ ਰਹੇ ਹਨ, ਕਹਿੰਦੇ ਹਨ, ਹਰੇਕ ਇਨਸਾਨ ਸੋਚਦਾ ਹੈ ਮੈਂ ਸਦਾ ਵਾਸਤੇ ਇੱਥੇ ਦੁਨੀਆ ਤੇ ਰਹਿਣਾ, ਪਰ ਸਾਹਿਬ ਕਹਿੰਦੇ ਹੋ ਨਹੀਂ ਸਕਦਾ, ਕਿਉਂਕਿ ਜੋ ਉਪਜਿਓ ਸੋ ਵਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ, ਛਾੜ ਸਗਲ ਜੰਜਾਲ। ਸਾਹਿਬ ਕਹਿੰਦੇ ਬਾਕੀ ਦੇ ਸਾਰੇ ਜਿੰਨੇ ਵੀ ਧੰਦੇ ਹਨ ਨਾ, ਜਿੰਨੇ ਵੀ ਕਰਮ ਹਨ, ਇਹ ਸਾਰੇ ਜੰਜਾਲ ਦੀ ਨਿਆਈ। ਪਿਆਰਿਆ, ਸਾਰਿਆਂ ਨੂੰ ਛੱਡ ਦੇ, ਤੇ ਛੱਡ ਕੇ ਕਰਨਾ ਕੀ ਹੈ? ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਹੋਣੇ ਹਨ। ਗੁਣ ਗੋਬਿੰਦ ਗਾਇਓ ਜਨਮ ਅਕਾਲਕ ਕੀ। ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਜੇ ਗਾਇਨ ਨਾ ਕੀਤਾ, ਤੇ ਸੱਚ ਜਾਣੀ ਚਾਹੇ ਤੇਰੀ ਉਮਰ ਬਾਲਕ ਅਵਸਥਾ ਵਾਲੀ ਹੈ, ਚਾਹੇ ਜਵਾਨੀ ਵਾਲੀ ਹੈ, ਚਾਹੇ ਬਿਰਧ ਵਾਲੀ ਹੈ, ਸੱਚ ਜਾਣੀ ਉਹ ਵਿਅਰਥ ਹੀ ਹੈ। ਤੇ ਸਾਹਿਬ ਕਹਿੰਦੇ ਮੈਂ ਹੈਰਾਨ ਹੁੰਦਾ ਹਾਂ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਇਹ ਸੰਸਾਰ ਸਜਿਆ ਹੈ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਰਸੈ, ਇੱਕ ਅਸਥਰ ਮਾਨੈ, ਅਚਰਜ ਲੱਗਿਓ ਨਾ ਜਾਈ। ਗੁਰੂ ਸਾਹਿਬ ਕਹਿੰਦੇ ਮੈਂ ਹੈਰਾਨ ਹੋ ਰਿਹਾ ਹਾਂ ਕਿ ਇੱਕ ਬੰਨੇ ਇੱਕ ਇਨਸਾਨ ਦਾ ਕਹਿੰਦੇ ਨੇ ਸੰਸਕਾਰ ਹੋ ਰਿਹਾ ਹੈ, ਤੇ ਜਿਹੜਾ ਇਨਸਾਨ ਉਸ ਇਨਸਾਨ ਦਾ ਸੰਸਕਾਰ ਹੁੰਦਾ ਹੋਇਆ ਵੇਖਦਾ ਹੈ ਨਾ, ਤੇ ਉਹ ਆਪਣੇ ਆਪ ਨੂੰ ਕੀ ਸਮਝਦਾ ਹੈ ਵੀ ਇਹ ਤੇ ਚਲਾ ਗਿਆ, ਮੈਂ ਹਲੇ ਨਹੀਂ ਜਾਣਾ। ਬਸ ਸਾਹਿਬ ਕਹਿੰਦੇ ਨੇ ਇਹੀ ਭੁਲੇਖਾ ਹੈ। ਇਸੇ ਨੂੰ ਸਾਹਿਬ ਕਹਿੰਦੇ ਨੇ ਪਾਰੋਸੀ ਕੇ ਤੂ ਹੁਆ, पारोसी के जो हुआ तू अपने ही जान। इसे बाबा फरीद जी ने विस्तार के नाल लिखना किया। बाबा फरीद जी कहते ना दरियावे करना बहुला बैठा केल करे। एक दिन बाबा फरीद जी काली के नाल जा रहे हैं, रस्ते के एक तलाब है तो तलाब के उत्ते की देखते हैं एक बगला बैठा है। वो अपनी मस्ती के की कर रहा है, तलाब के उसने अपनी चुंझ के नाल मच्छी को फड़िया। बार बार गल है, उस मच्छी को फड़ के कदे उपर को सुटता है, कदे थले सुटता है, फिर अपनी चुंझ के नाल बूझ के उसको फिर उसके नाल कलेला कर रहा है, कोला कर रहा है। तो जो ये देखिया ना बाबा फरीद जी ने तो रुक गए, देखण लग पे। देखदिया देखदिया ऐसी आश्चर्य खेल हुई कि ऊपर एक बाज उड़ गया, अचिंते बाज पे। उस बगले को बाज ने झपट मारी,
एक चीज सोचता भी मौत त्यागी जावे तो मौत मैनू आवे ना, ते गुरु साहिब कहते ये हो नहीं सकता। ऐसी दशा वेख के फिर भगत जी ने एक शब्द उच्चारण किया, कहते हैं जो मन के बदले हैं, मन के इंसान सोचता है, कहते वो होंदा नहीं, ते जो होना है वो मन च कदे सोचता नहीं। उस अकाल पुरख वाहिगुरू के बेअंत रंग है। साहिब की गुरबाणी की गल करिए, साध संगत जी, इंसान उस अकाल पुरख वाहिगुरू की खेती है। बस हम इस शब्द को बहुत बहुत विचार नाल ध्यान नाल श्रवण करना, क्योंकि इंसान इस भुलेखे दे विच है। ये भुलेखा ही असीं दूर करना है, तो गुरु के चरणों च अरदास करनी है कि पातशाह मन के सारे भुलेखे दूर हो जाए, ते तेरे नाम के नाल, तेरे सिमरन के नाल सदा वास्ते जुड़ जाए। उस अकाल पुरख वाहिगुरू की खेती जैसे किरसान होवे किरसानी काची पाकी भर। ये उस अकाल पुरख वाहिगुरू की खेती अपनी मौज है, साथ में माफ करना तो बचपन अवस्था के जा सकता है, ते जवानी वाली अवस्था के भी जा सकता है, ते बुढ़ापे वाली अवस्था के भी लै जा सकता है। ये उसके हथ के विच है। जिस तरह किसान अपने खेत के विच जिहड़ी फसल बीजता है, उसका मालक वो किसान होता, उसकी मौज है, चाहे वो अपनी फसल कच्ची वढ़ लवे पक्की वढ़ लवे, वो उसकी मौज है, उसका मालक है। उस तरह असी जीव भी उस अकाल पुरख वाहिगुरू की फसल है। जी किसी का नहीं करता, तो उस अकाल पुरख वाहिगुरू की फसल है, जिन्हों चाहे जदों चाहे लजा सकता है। रमैया के गुण चेत प्राणी, कमन मूल ते कमन दृष्टानी, जिनको साग सवार सिंगारिया, गर्भ अग कहना बारिया, बार व्यवस्था तुझा प्यारा दूध, पर जोबन भोजन सुख सूद, बिरध भया उपर साग सैन, मुख अपया बैठो दैन, एहो निर्गुण गुण कछु ना बूझै, बख्श लियो तो नानक सीधै। उसकी मौत है, पर इंसान है कि भुलेखे के बनया होता है। साहिब कमन मूल से कमन दृष्टानी, तेरा मूल की है, तू देख की रहा है, सोच की रहा है, तेनों कैसा से कैसा उस अकाल पुरख वाहिगुरू ने बना दिता है। रमैया के गुण चेत प्राणी, उस अकाल पुरख वाहिगुरू के गुण गा, उस अकाल पुरख वाहिगुरू के गुणों के नाल जुड़ जा। कमन मूल से कमन दृष्टानी, तेरा मूल की है मन, तू जोत स्वरूप है, अपना मूल पहचान। उस अकाल पुरख वाहिगुरू की दिती हुई जोत है, जिन्ना चिर अंदर जग रही है उन्ना चिर संसार है। जो जोत बुझ गई प्यारो फिर इथों बूझ करना। भगत रविदास गुरबाणी दर्ज करते हैं, जो दिन आवे सो दिन जाही, करना कूच रह फिरना। किते इथों कूच कर जाना है, सदा वास्ते रहना नहीं। ये उस अकाल पुरख वाहिगुरू के सद्दे के नाल जदों उसका हुक्म हो गया, ਉਹਦੇ हुक्म के नाल इथों कूच कर जाना। ते साहिब अनेकां ही ऐसियां होर भी उदाहरणां दिंदे हैं। सेठ हयाती जग ना कोई थिर रहिया, जिस आसन हम बैठे कीते बैस गया। कहते कि पता नहीं जिस आसन से अज असीं बैठे ना प्यारे, पता नहीं साडे तो पहिलां किन्ने हो के चले गए हैं। आपां अपने घर वाल झाड़ मारीए, ज़्यादा तो ज़्यादा अपने दादा जी का नाम याद होगा, पड़दादा जी का भी नाम याद होगा, हो सकता है पड़दादा जी के दादा जी का भी नाम याद हो, पर माफ करना पड़दादा जी के परदादा जी का नाम किसी को नहीं याद। असी घर वाल ही झाड़ मारिए, भाव जिस आसन हम बैठे इतने बैठ गया, जितने असी बैठे हाँ इतने पता नहीं कितने ही बैठ के चले गए। कोई भी सदा वास्ते इतने फिर नहीं गया। ये संसार एक सुपने की दुनिया है। जग जीवन ऐसा सुपने जैसा, जीवन सुपन समान। साहिब कहते हैं जीवन
ਤੇ ਰਾਜਾ ਵੀ ਉਹ ਇੰਨਾ ਅਮੀਰ ਹੋਇਆ ਹੈ, ਕਹਿੰਦੇ ਉਸ ਦੇ ਮੁਤਾਬਕ ਉਸ ਦੇ ਬਰਾਬਰ ਜਾਂ ਤਾਂ ਰਾਵਣ ਹੋਇਆ ਤੇ ਜਾਂ ਉਹ ਰਾਜਾ ਸੀ, ਇੰਨਾ ਉਹ ਅਮੀਰ ਰਾਜਾ। ਤੇ ਇਕਲੌਤਾ ਉਸਦਾ ਪੁੱਤਰ ਸੀ, ਇੱਕੋ ਇੱਕ ਪੁੱਤਰ। ਸਾਧ ਸੰਗਤ ਜੀ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੇਤੀ ਦੀ ਆਪਾਂ ਗੱਲ ਕੀਤੀ ਹੈ। ਉਸ ਦੇ ਹੁਕਮ ਦੇ ਅੱਗੇ ਸਭ ਨੂੰ ਮੱਥਾ ਟੇਕਣਾ ਪੈਂਦਾ। ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਇਸ ਦੇ ਅੱਗੇ ਕਿਸੇ ਵੀ ਨਹੀਂ ਚੱਲਦੀ। ਇਕਲੌਤਾ ਪੁੱਤਰ ਉਜੈਨ ਰਾਜੇ ਦਾ ਤੇ ਸਾਧ ਸੰਗਤ ਜੀ ਬਿਮਾਰ ਹੋ ਗਿਆ। ਜਦੋਂ ਬਿਮਾਰ ਹੋਇਆ, ਰਾਜੇ ਦੇ ਦਰਬਾਰ ਦੇ ਵਿੱਚ ਸ਼ਾਹੀ ਵੈਦ ਸਨ। ਸ਼ਾਹੀ ਵੈਦਾਂ ਨੇ ਆਪੋ ਆਪਣਾ ਜ਼ੋਰ ਲਾ ਲਿਆ। ਦਵਾਈ ਦਿੱਤੀ ਹੈ, ਦਵਾਈ ਅਸਰ ਨਹੀਂ ਕਰ ਰਹੀ। ਸਭ ਨੇ ਆਪੋ ਆਪਣਾ ਜ਼ੋਰ ਲਾ ਲਿਆ ਤੇ ਜਦੋਂ ਉਹਨਾਂ ਦਾ ਵਸ ਨਾ ਚੱਲਿਆ ਤੇ ਰਾਜੇ ਨੇ ਬੁਲਾ ਕੇ ਹੱਥ ਜੋੜ ਕੇ ਨਿਮਰਤਾ ਸਹਿਤ ਫਿਰ ਬੇਨਤੀ ਕੀਤੀ ਹੈ ਕਿ ਰਾਜਨ, ਅਸੀਂ ਜਿੰਨਾ ਇਲਾਜ ਕਰਨਾ ਸੀ ਕਰ ਲਿਆ, ਹੁਣ ਸਾਡੇ ਬਾਅਦ ਨਹੀਂ। ਅਸੀਂ ਤੁਹਾਨੂੰ ਨਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਤੁਸੀਂ ਆਪ ਆਪਣੇ ਪੁੱਤਰ ਨੂੰ ਇੱਥੋਂ ਲੈ ਜਾਓ ਤੇ ਜਿੰਨੀ ਵੀ ਹੋ ਸਕਦੀ ਹੈ ਘਰ ਵਿੱਚ ਜਾ ਕੇ ਸੇਵਾ ਕਰੋ। ਹੁਣ ਇਹ ਸੇਵਾ ਦਾ ਕੀ ਹੈ? ਸਾਧ ਸੰਗਤ ਜੀ ਯਾਦ ਰੱਖਣਾ, ਜਦੋਂ ਕਿਸੇ ਨੇ ਇਹ ਗੱਲ ਕਹਿ ਦਿੱਤੀ ਹੈ ਨਾ ਵੀ ਇੰਨੇ ਦਿਨਾਂ ਫਲਾਣੇ ਦੀ ਮੌਤ ਹੋ ਜਾਣੀ ਹੈ ਤੇ ਸੱਚ ਜਾਣੇ, ਉਸ ਸਮੇਂ ਤੋਂ ਲੈ ਕੇ ਇੱਕ ਪਲ ਦੇ ਇੱਕ ਛਿਣ ਇਨਸਾਨ ਦੇ ਮਰਨਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਦੁਨੀਆ ਦਾ ਕੋਈ ਰੰਗ ਚੰਗਾ ਨਹੀਂ ਲੱਗਦਾ। ਹੁਣ ਮੌਕੇ ਦਾ ਰਾਜਾ ਸੀ, ਕਮੀ ਕਿਸੇ ਚੀਜ਼ ਦੀ ਨਹੀਂ ਸੀ, ਪਰ ਯਾਦ ਰੱਖਣਾ ਧਨ ਦੇ ਨਾਲ ਵੀ ਸਵਾਸ ਮੁੱਲ ਨਹੀਂ ਬਣਦਾ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਵੇ ਤੇ ਉਹ ਬਖਸ਼ ਦਿੰਦਾ ਹੈ। ਤੇ ਬਖਸ਼ ਵੀ ਕਿੱਥੋਂ ਤੱਕ ਦਿੰਦਾ ਹੈ ਕਿ ਚਾਹੇ ਇਨਸਾਨ ਦੇ ਸਵਾਸ ਹੀ ਖਤਮ ਹੋ ਗਏ ਹੋਣ, ਪਰ ਜੇ ਉਸਦੀ ਰਹਿਮਤ ਹੋਗੀ ਉਹ ਫਿਰ ਵੀ ਬਚਾ ਲੈਂਦਾ। ਗੁਰਬਾਣੀ ਦਰਜ ਹੈ, ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ। ਉਹਨੂੰ ਚੰਗਾ ਲੱਗੇਗਾ ਤੇ ਬਿਨਾਂ ਸਾਹ ਤੋਂ ਰੱਖ ਦਿੰਦਾ ਹੈ। ਪਰ ਯਾਦ ਰੱਖਣਾ, ਜਦੋਂ ਜਿਹਦਾ ਸਮਾਂ ਆ ਜਾਏ ਉਹਨੂੰ ਫਿਰ ਕੋਈ ਰੱਖ ਵੀ ਨਹੀਂ ਸਕਦਾ। ਇਹ ਵੀ ਗੁਰਬਾਣੀ ਦੇ ਵਿੱਚ ਦਰਜ ਹੈ। ਜਿਸ ਕੀ ਪੂਜੈ ਔਰ ਤਿਸੈ ਕੌਣ ਰੱਖਿ, ਬੈਠ ਕੋਣ ਉਪਾਲ ਕਹਾਂ ਲਓ ਭਾਖਿ। ਦੁਨੀਆ ਦੇ ਜਿੰਨੇ ਮਰਜ਼ੀ ਵੈਦ ਉਹਦੀ ਦਵਾ ਪੂਰੀ ਕਰਨ ਲੱਗ ਜਾਣ, ਉਹਦਾ ਇਲਾਜ ਫਿਰ ਦੁਨੀਆ ਦਾ ਕੋਈ ਵੀ ਵੈਦ ਨਹੀਂ ਕਰ ਸਕਦਾ। ਚਾਹੇ ਮਨ ਦੇ ਵਿੱਚ ਬੈਠ ਕੇ ਸੋਚ ਹੀ ਲਵੇ ਕਿ ਮੇਰੇ ਤੋਂ ਦੁਨੀਆ ਦਾ ਵੱਡਾ ਕੋਈ ਵੈਦ ਨਹੀਂ, ਸਾਹਿਬ
बच्चे को घरे लेके आया है, महलों के विच लेके आया है, ते महलों के विच जदों लेके आया राणी नूं दसना कीता भी राणी भी अपना बच्चा हुण उस अकाल वाहिगुरू दे चरनां च जावेगा। वैदां वालों जवाब हो गया है कि कई हर जितनी सेवा कर सकते हो सेवा करो बस। राणी ने एक मंजा बिछाया है ते सोहनी चादर उसके ऊपर बिछा दी है, उसके उत्ते अपने बच्चे को लिटाना कीता है। हुण राजा कई दिनां दा थकिया हारिया सी, राजा उस बच्चे के सराणे वाले बने बैठ गया है ते जिहड़ी माता है ना, माता पैण वाले बने बैठ गई। हुण कई दिनां दा थकिया राजा, क्योंकि चिंतापुर सी बच्चा बीमार सी, साफ करके जिसका बच्चा बीमार होवे उसके माता पिता को नहीं पता होता है, दूसरा कोई इसका अंदाजा नहीं लगा सकता। ते हुण बच्चा जदों मंजे दे उत्ते लम्मा पाया है, राजा थक गया है, राजे की अख लग गई है, नींद आ गई। जग जीवन ऐसा सुपने जैसा गल सुपने में चल रही है। राजे को नींद आई है कि नींद दे विच सुपना चल रहा है, ते सुपना की चलिया है, सुपने दे विच की देखदा है, राजे दे 6 पुत्र होंदे हैं उसके घर दे विच। सुपने के बारे शायद बड़ा कमाल के नाल लिखदा है। वो सुपने को कहता है, वाह सुपनिया तेरी जाग 100 वरियां दे विछड़े आण मिलावे रात। सुपने दे विच एक ऐसी फिल्म चल पैंदी है जिसनों इंसान अपना वजूद समझ बैठता है, बस यही को लेके सारे दिन कटे हैं। सुपने दे विच की देखता है, राजा उसके घर 6 पुत्र होए हैं, उन्हां 6 पुत्रां नूं पढ़ाउंदा है, लिखाउंदा है, ते फिर उन्हां 6 पुत्रां दा विआह करदा, 6 नूहां घर लैके आउंदा। देखो सुपने दे विच रील चल पई है, 6 नूहां घर लैके आउंदा, उसका राज होर वधदा बनदा है। सुपने दे विच पोतियां वाला हो जाता है, बस खुश होई जा रहा है। ते सुपने दे विच जदों खुश होण लगदा है ना, पूरा अंदरों उसका मन प्रसन्न हो जाता है। ते राणी एकदम धा मार के जिहड़ा उसका पुत्र मंजे ते पिया सी ना, उसके श्वास निकल गए, उसके श्वास निकल गया। राणी धा मारदी है, राणी धा मारदी है, श्वास निकल जाते हैं, इक्को दम उठता है। राणी नूं रोंदिया वेख के वाहिगुरू
ਹੁਣ ਸੁਪਨੇ ਦੇ ਵਿੱਚ ਰਾਜਾ ਖੁਸ਼ ਹੋ ਰਿਹਾ ਹੈ, ਉਧਰੋਂ ਜਿਹੜਾ ਮੰਜੇ ਤੇ ਉਸਦਾ ਪੁੱਤਰ ਪਿਆ ਹੈ ਉਸਦੇ ਸਵਾਸ ਨਿਕਲੇ ਹਨ। ਜਦੋਂ ਉਸਦੇ ਸਵਾਸ ਨਿਕਲੇ ਰਾਣੀ ਇੱਕੋ ਦਮ ਧਾਹ ਮਾਰਦੀ ਹੈ, ਤੇ ਜਦੋਂ ਰਾਣੀ ਦੀ ਧਾਹ ਵੱਜਦੀ ਹੈ ਤੇ ਸਾਧ ਸੰਗਤ ਜੀ ਰਾਜੇ ਦੀ ਇੱਕੋ ਦਮ ਅੱਖ ਖੁੱਲ ਜਾਂਦੀ ਹੈ। ਰਾਣੀ ਨੂੰ ਰੋਂਦਿਆਂ ਵੇਖ ਕੇ ਰਾਜਾ ਹੱਸ ਪੈਂਦਾ ਹੈ, ਤੇ ਜਦੋਂ ਹੱਸਦਾ ਹੈ ਰਾਣੀ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਸ਼ਾਇਦ ਰਾਜੇ ਨੂੰ ਝਟਕਾ ਲੱਗਾ ਹੈ। ਉਹ ਰਾਜੇ ਨੂੰ ਹੱਥਾਂ ਦੇ ਨਾਲ ਫੜ ਕੇ ਝੰਜੋੜਦੀ ਹੈ, ਕਹਿੰਦੇ ਰਾਜਨ, ਸਾਡਾ ਇੱਕੋ ਇੱਕ ਪੁੱਤਰ ਸੀ, ਉਹ ਚੜ੍ਹਾਈ ਕਰ ਗਿਆ ਤੇ ਤੁਸੀਂ ਹੱਸ ਰਹੇ ਹੋ। ਰਾਜਾ ਹੋਰ ਉੱਚੀ ਦੇਣੀ ਦੀ ਹੱਸਦਾ ਹੈ, ਤੇ ਜਦੋਂ ਉੱਚੀ ਦੇਣੀ ਦੀ ਹੱਸਦਾ ਹੈ ਰਾਣੀ ਚੰਗੀ ਤਰ੍ਹਾਂ ਫਿਰ ਉਸ ਰਾਜੇ ਨੂੰ ਝੰਜੋੜਦੀ ਹੈ, ਕਹਿੰਦੇ ਰਾਜਨ, ਸਾਡਾ ਤੇ ਜਹਾਨ ਹੀ ਲੁੱਟਿਆ ਗਿਆ। ਇੱਕੋ ਇੱਕ ਪੁੱਤਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਸੀ, ਅੱਜ ਉਸਦੇ ਪ੍ਰਾਣ ਨਿਕਲ ਗਏ ਹਨ। ਤੇ ਰਾਜਾ ਆਪਣੇ ਮਨ ਨੂੰ ਸੰਭਾਲਦਾ ਹੋਇਆ ਇੱਕ ਬਚਨ ਕਹਿੰਦਾ ਹੈ। ਉਹ ਬਚਨ ਬੜੇ ਕਮਾਲ ਦੇ ਕਹਿੰਦਾ ਹੈ, ਕਹਿੰਦਾ ਰਾਣੀ, ਜਦੋਂ ਮੇਰੀ ਅੱਖ ਖੁੱਲੀ ਸੀ, ਇਹ ਮੇਰਾ ਇਕਲੌਤਾ ਪੁੱਤਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਕਹਿੰਦੇ ਜਦੋਂ ਮੇਰੀ ਅੱਖ ਲੱਗੀ ਹੈ, ਨੀਂਦ ਆਈ ਹੈ, ਸੁਪਨਾ ਚੱਲਿਆ, ਸੁਪਨੇ ਦੇ ਵਿੱਚ ਮੇਰੇ 6 ਪੁੱਤਰ ਹਨ। ਰਾਣੀ ਹੁਣ ਅੱਖ ਖੁੱਲੀ ਹੈ, ਨਾ ਇਹ ਇੱਕ ਰਿਹਾ ਹੈ ਨਾ ਉਹ 6 ਰਹੇ ਹਨ। ਇਹ ਸੰਸਾਰ ਹੈ ਹੀ ਸੁਪਨੇ ਦੀ ਨਿਆਈ। ਰਾਣੀ, ਮੈਂ ਇਸ ਇੱਕ ਨੂੰ ਰੋਵਾਂ ਕਿ ਉਹਨਾਂ 6ਵਾਂ ਨੂੰ ਰੋਵਾਂ? ਇਹ ਸੰਸਾਰ ਹੈ ਹੀ ਸੁਪਨਾ ਹੈ। ਮੈਨੂੰ ਇਹ ਵੀ ਸੁਪਨਾ ਲੱਗ ਰਿਹਾ ਹੈ ਤੇ ਉਹ ਵੀ ਸੁਪਨਾ। ਇਸੇ ਨੂੰ ਸਾਹਿਬ ਕਹਿੰਦੇ ਹਨ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ। ਤੇ ਗੁਰੂ ਸਾਹਿਬ ਬਾਣੀ ਦੇ ਵਿੱਚ ਇਸ ਨੂੰ ਦਰਜ ਕਰਦੇ ਹਨ। ਰਾਮ ਗਇਓ ਰਾਮ ਗਇਓ ਜਾਗੋ ਬਹੁ ਪਰਿਵਾਰ, ਕਹੋ ਨਾਨਕ ਕਿਛ ਫਿਰ ਨਹੀਂ, ਸੁਪਨੇ ਜਿਉਂ ਸੰਸਾਰ। ਸਾਹਿਬ ਕਹਿੰਦੇ ਇਹ ਸੰਸਾਰ ਹੈ ਹੀ ਸੁਪਨੇ ਦੀ ਦੁਨੀਆ। ਇੱਥੇ ਰਾਵਣ ਵਰਗੇ ਰਾਜੇ ਵਰਗੇ ਹੋ ਕੇ ਚਲੇ ਗਏ, ਤੇ ਦੁਨੀਆ ਤੇ ਪਤਾ ਨਹੀਂ ਕਿੰਨੇ ਕਿੰਨੇ ਰਾਜੇ ਆਏ, ਉਹ ਵੀ ਚਲੇ ਗਏ। ਤੇ ਸਾਹਿਬ ਕਹਿੰਦੇ ਹਨ, ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਸਰੀਰ ਮਿਲਿਆ ਹੈ ਨਾ, ਬਸ ਇਸ ਨੂੰ ਸੰਭਾਲਣਾ ਹੈ, ਕਿਉਂਕਿ ਇਹ ਸਰੀਰ ਬੜੇ ਜਨਮਾਂ ਤੋਂ ਪਤਾ ਨਹੀਂ ਕਿੰਨੇ ਜਨਮ ਅਸੀਂ ਭੁਗਤ ਕੇ ਫਿਰ ਇਹ ਦੇਹੀ ਪ੍ਰਾਪਤ ਕੀਤੀ ਹੈ। ਤੇ ਇਸ ਨੂੰ ਸਾਹਿਬ ਕਹਿੰਦੇ ਨੇ, ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਹਿਬ ਕਹਿੰਦੇ ਇਹ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ, ਇਹ ਬੜੇ ਯੁੱਗਾਂ ਤੋਂ ਤਪੱਸਿਆ ਦੇ ਨਾਲ ਪ੍ਰਾਪਤ ਹੋਇਆ। ਤੇ ਜੇ ਇਹ ਪ੍ਰਾਪਤ ਹੋਇਆ ਨਾ, ਇਸ ਦਾ ਲਾਹਾ ਕੱਢ। ਤੇ ਲਾਹਾ ਕਿਸ ਤਰ੍ਹਾਂ ਕੱਢਣਾ ਹੈ? ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਦੁਆਰਾ। ਸਾਹਿਬ ਕਹਿੰਦੇ ਨੇ ਬਸ ਇਨਸਾਨ ਇਸ ਗੱਲ ਨੂੰ ਹੀ ਨਹੀਂ ਸਮਝਦਾ, ਇਸ ਕੰਮ ਨੂੰ ਛੱਡ ਕੇ ਦੂਜੇ ਧੰਦਿਆਂ ਦੇ ਵਿੱਚ ਲੱਗਿਆ ਹੋਇਆ ਹੈ। ਸਾਹਿਬ ਇਸ ਨੂੰ ਕਹਿੰਦੇ ਹਨ, ਗੁਰਬਾਣੀ ਦੇ ਵਿੱਚ ਦਰਜ ਕਰਦੇ ਹਨ, ਰੇ ਮੂੜੇ ਲਾਹੇ ਕੋ ਢੀਲਾ ਢੀਲਾ, ਟੋਟੇ ਕੋ ਵੇਗ ਧਾਰਿਆ। ਕਹਿੰਦੇ ਦੂਜਿਆਂ ਕੰਮਾਂ ਵਾਸਤੇ ਤੇਰੇ ਕੋਲ ਬਹੁਤ ਸਮਾਂ ਹੈ, ਪਰ ਜਿੱਥੋਂ ਅਸਲੀ ਲਾਹਾ ਪ੍ਰਾਪਤ ਹੋਣਾ ਸੀ ਉਸ ਕਾਰਜ ਨੂੰ ਕੀਤਾ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੇ ਨਾਲ ਜੁੜਿਆ ਨਹੀਂ। ਤੇ ਸਾਹਿਬ ਕਹਿੰਦੇ ਨੇ ਜੇ ਤੈਨੂੰ ਸਰੀਰ ਪ੍ਰਾਪਤ ਹੋਇਆ ਹੈ ਨਾ, ਇਸ ਮੂਲ ਨੂੰ ਗਵਾਉਣਾ ਨਹੀਂ, ਲਾਹਾ ਪ੍ਰਾਪਤ ਕਰਕੇ ਜਾਣਾ ਹੈ। ਤੇ ਸਾਹਿਬ ਕਹਿੰਦੇ ਹਨ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਇੱਕ ਐਸੇ ਹਨ ਕਿ ਜੋ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਹਨ ਤੇ ਲਾਹਾ ਖੱਟ ਕੇ ਜਾਂਦੇ ਹਨ, ਪਰ ਸਾਹਿਬ ਕਹਿੰਦੇ ਨੇ ਇੱਕ ਐਸੇ ਵੀ ਹਨ ਜਿਹੜਾ ਆਪਣਾ ਮੂਲ ਹੀ ਗਵਾ ਜਾਂਦਾ। ਹੱਫਾ ਫਿਰਤ ਤੂੰ ਆਇਆ, ਦੁਰਲਭ ਦੇਹ ਕਰਜੁਗ ਮਹਿ ਪਾਇਆ। ਫਿਰ ਇਹ ਔਸਤ ਚਰੇ ਨਾ ਹਾਥਾ, ਨਾਮ ਜਪੋ ਤੋ ਕਟਿਏ ਬਸ। ਸਾਹਿਬ ਕਹਿੰਦੇ ਹਨ, ਪਤਾ ਨਹੀਂ ਕਿੰਨੇ ਹੀ ਜਨਮ ਘੁੰਮ ਘੁੰਮ ਕੇ ਆਇਆ,
कई जन्म भय कीट पतंगा, कई जन्म गज मीर कुरंगा, कई जन्म पंखी सर्प होयो, कई जन्म हैवर वृक्ष जोयो। मिल मिल जगदीश मिलन की बरिया, चिरंकाल ए दी सुंदरिया। साहिब कहते ये वारी है, इस वारी नूं भुला ना। वेखी किते इस वारी तो, इस पौड़ी तो, इस डंडे तो चुक जावे, पर जिहड़ा इस तो चुक गया फिर साहिब कहते आए जाए दुख पाएगा। इस पौड़ी ते जो न चुके आए जाए दुख पाएगा। साहिब कहते ये समा एक बार हथों निकल गया ना, सच जानी फिर आना जाना ही बनया रहना। आना जाना बनया रहना तो दुख भी लग्या रहना। ये उस अकाल पुरख वाहिगुरू की नियामत है जो सानू अनमुल्ली मिली है। सच जानियो बिना परख तो चीज का मुल नहीं पैंदा। ते गुरु साहिब ने गुरबाणी के विच दर्ज भी किया है, बिन गाहक गुण बेचिए तो गुण सैको, जाए गुण का गाहक जे मिले तो गुण लाख बिकाए। सानू पता ही नहीं साडा जीवन कितना अनमुल्ला है, क्योंकि ये अणमुल्ला इन्ना है पर इसमें असीं कौडियां दे भाव बेच रहे हैं। साहिब गुरबाणी के दर्ज करते हैं, इंसान की वो हालत बयान करते हैं भी इंसान करता की है। रैन गवाई सोए कै, दिवस गवाया खाए, हीरे जैसा जन्म है कौडी बदलै जाए। कहते हीरे वर्गा अनमुल्ला जीवन सी ते कौडियां दे भाव बेच रहा, विषयां वकारां दे विच धंधियां दे विच फसिया है, बस उस मूल नूं पछाण नहीं रहा। रात सौ के गवा दिंदा है ते दिन खा के गवा दिंदा है। ते हीरे वर्गा अनमुल्ला जीवन बस कौडियां दे भाव बेच रहा। गुरु नानक पातशाह जीवन का असली मुल दसदे हैं। गुरु नानक पातशाह के कोल भाई मरदाना जी बैठे ते विचार की। गुरु साहिब कहते हैं भाई मरदानिया मौत किड्डी क दूर है। ते भाई मरदाना जी कहते अज का दिन वेखिया, शायद सवेर का दिन हो सके ना वेखीए। साहिब कहते नहीं, मौत को तू बहुत दूर दसिया। चलो गुरु नानक पातशाह भाई मरदाना जी को कहते हैं, मरदाना जी मौत कितनी दूर है। भाई मरदाना जी जवाब देते हैं कि अज का दिन देखिया, हो सकता सवेर का देखिए ना। साहिब कहते हैं नहीं, तुसी मौत को बहुत दूर दसिया है। कि साहिब धनासरी राग के आरंभता के दूसरे श्लोक के लिखते हैं। साहिब कहते हैं हम आदमी हाँ एक दमी, मोहलत मोहत ना जाना, नानक बिन मैं तिसर सरेबो जाके जी प्राणा। कहते असीं एक दम दे हाँ, आ दमी, इसनूं संधि विशेष करके वेखना। ऐड़े के नाल जिहड़ा करना है इसनूं अड कर देना ते दमी नूं अड कर देना। आप जी के सवाल का जवाब आप जी नूं मिल जाएगा। हम आदमी हाँ एक दमी, मोहलत मोहत ना जाना। भाव एक जिहड़ा सवास है ना प्यारे, ये आ गया
ਤੇ ਦਮ ਆ ਗਿਆ ਤੇ ਆ ਗਿਆ, ਨਹੀਂ ਤੇ ਖਾਕ ਦਿੱਤੀ। ਇਸੇ ਕਰਕੇ ਸਾਹਿਬ ਕਹਿੰਦੇ ਨੇ ਇਹ ਜਿਹੜੀ ਦੇਹੀ ਹੈ ਨਾ, ਇਸ ਨੂੰ ਵੱਡੇ ਵੱਡੇ ਦੇਵੀ ਦੇਵਤਾ ਦੱਸਦੇ ਹਨ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕਿਸੇ। ਇਸ ਦੇਹੀ ਨੂੰ ਵੱਡੇ ਵੱਡੇ ਦੇਵਤਾ ਦੱਸਦੇ ਹਨ, ਕਿਉਂਕਿ ਇਸ ਦੇਹੀ ਦੇ ਦੁਆਰਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਦੁਨੀਆ ਨੂੰ ਤਾਰਦੇ ਤਾਰਦੇ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਦੋਂ ਪਟਨੇ ਦੀ ਧਰਤੀ ਤੇ ਗਏ ਹਨ ਤੇ ਰਸਤੇ ਦੇ ਵਿੱਚ, ਕਿਉਂਕਿ ਭਾਈ ਮਰਦਾਨਾ ਜੀ ਦਾ ਸੁਭਾਅ ਬੜਾ ਚੰਚਲ ਹੈ, ਤੇ ਰਸਤੇ ਦੇ ਵਿੱਚ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਹਨ ਪਾਤਸ਼ਾਹ ਅੰਤਾਂ ਦੀ ਭੁੱਖ ਲੱਗੀ ਹੈ, ਕਿਰਪਾ ਕਰੋ ਕੁਝ ਛਕਾਉਣਾ ਕਰੋ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ, ਕਿਉਂਕਿ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਨਿਆਮਤ ਦੇ ਨਾਲ ਉਹਨਾਂ ਦੀਆਂ ਖੇਡਾਂ ਨਿਰਾਲੀਆਂ ਹਨ, ਕਿਉਂਕਿ ਉਹ ਹਰ ਦੇ ਦਿਲ ਦੀ ਜਾਣਨ ਵਾਲੇ, ਘਟ ਘਟ ਕੇ ਅੰਤਰ ਕੀ ਜਾਣ ਪਰੇ ਪੁਰੇ ਕੀ ਪਛਾਣ, ਉਹ ਦਿਲਾਂ ਦੇ ਜਾਣਨਹਾਰ ਹਨ। ਤੇ ਜਦੋਂ ਭਾਈ ਮਰਦਾਨਾ ਜੀ ਨੇ ਕਿਹਾ ਨਾ ਵੀ ਅੰਤਾਂ ਦੀ ਭੁੱਖ ਲੱਗੀ ਹੈ, ਤੇ ਗੁਰੂ ਸਾਹਿਬ ਕਹਿੰਦੇ ਹਨ ਅੱਗੇ ਇੱਕ ਪਿੰਡ ਆਉਣ ਵਾਲਾ ਹੈ, ਨਗਰ ਆਉਣ ਵਾਲਾ ਹੈ, ਉੱਥੋਂ ਜਾ ਕੇ ਕੋਈ ਛਕਣਾ ਕਰੀ। ਤੇ ਭਾਈ ਮਰਦਾਨਾ ਜੀ ਨੇ ਝੱਟ ਫਿਰ ਜਵਾਬ ਦਿੱਤਾ, ਕਹਿੰਦੇ ਛਕਣਾ ਕਿਸ ਦੇ ਨਾਲ ਹੈ, ਪੱਲੇ ਬੰਨਣ ਲਈ ਤੇ ਆਪ ਜੀ ਨੇ ਮਾਇਆ ਬਖਸ਼ੀ ਨਹੀਂ। ਤੇ ਗੁਰੂ ਨਾਨਕ ਪਾਤਸ਼ਾਹ ਜੀ ਹੱਸ ਪਏ, ਕਹਿੰਦੇ ਮਰਦਾਨਿਆਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਰਤਾਰ ਦਾ ਭਾਣਾ ਮੰਨ, ਕੁਝ ਨਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਦੇ ਵਾਸਤੇ ਸੋਚਿਆ ਹੈ। ਜੋ ਸਭ ਨੂੰ ਰੋਜੀ ਦਿੰਦਾ ਹੈ ਉਹ ਸਾਨੂੰ ਵੀ ਦੇਵੇਗਾ। ਜਦੋਂ ਅੱਗੇ ਗਏ ਹਨ ਨਾ, ਰੇਤੇ ਦੇ ਵਿੱਚ, ਮਿੱਟੀ ਦੇ ਵਿੱਚ ਇੱਕ ਚਮਕਦਾ ਪੱਥਰ ਪਿਆ ਦੇਖਿਆ। ਤੇ ਜਦੋਂ ਭਾਈ ਮਰਦਾਨਾ ਜੀ ਦੀ ਨਿਗਾਹ ਪਾਈ, ਕਹਿੰਦੇ ਪਾਤਸ਼ਾਹ ਇਹ ਚੀਜ਼ ਕੀ ਹੈ ਜੋ ਚਮਕ ਰਹੀ ਹੈ? ਤੇ ਗੁਰੂ ਸਾਹਿਬ ਕਹਿੰਦੇ ਹਨ ਮਰਦਾਨੇ, ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਹੋਈ ਉਸ ਅਕਾਲ ਪੁਰਖ ਵਾਹਿਗੁਰੂ ਦੀ, ਤੈਨੂੰ ਖਾਣ ਵਾਸਤੇ, ਭੋਜਨ ਛਕਾਉਣ ਵਾਸਤੇ ਸਾਹਿਬ ਨੇ ਤੇਰਾ ਇੰਤਜ਼ਾਮ ਕੀਤਾ। ਇਸ ਨੂੰ ਰਤਨ ਕਹਿੰਦੇ ਹਨ, ਲਾਲ ਕਹਿੰਦੇ ਹਨ, ਅਣਮੁੱਲਾ ਲਾਲ ਹੈ, ਇਸ ਨੂੰ ਆਪਣੇ ਪੱਲੇ ਦੇ ਨਾਲ ਬੰਨ੍ਹਦਾ ਹੈ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਅਣਮੁੱਲਾ ਸ਼ਬਦ ਵਰਤਿਆ ਨਾ, ਫਿਰ ਭਾਈ ਮਰਦਾਨਾ ਜੀ ਕਹਿੰਦੇ ਹਨ, ਕਹਿੰਦੇ ਸਾਹਿਬ ਜਿਸ ਤਰ੍ਹਾਂ ਇਹ ਰਤਨ ਅਣਮੁੱਲਾ ਹੈ, ਉਸੇ ਤਰ੍ਹਾਂ ਸੁਣਿਆ ਵੀ ਜੀਵਨ ਵੀ ਅਣਮੁੱਲਾ ਹੈ। ਸਾਹਿਬ ਕਹਿੰਦੇ ਹਨ ਸੱਚ ਜਾਣੀ ਜੀਵਨ ਵੀ ਅਣਮੁੱਲਾ ਹੈ। ਹੋ ਸਕਦਾ ਹੈ ਰਤਨ ਦੀ ਤੇ ਕੀਮਤ ਪੈ ਜਾਵੇ, ਪਰ ਸਾਡੇ ਸਰੀਰ ਦੀ ਕੀਮਤ ਨਹੀਂ ਹੈ, ਇਹ ਇੰਨਾ ਅਣਮੁੱਲਾ ਹੈ। ਹੁਣ ਭੁੱਖ ਸਾਰੀ ਉੱਡ ਗਈ ਹੈ, ਗੱਲਾਂ ਦੇ ਵਿੱਚ ਜੁੜ ਗਿਆ ਹੈ, ਤੇ ਸਾਹਿਬ ਨੂੰ ਕਹਿੰਦਾ ਹੈ ਕਿ ਕਿੰਨਾ ਕੁ ਅਣਮੁੱਲਾ ਹੈ। ਸਾਹਿਬ ਕਹਿੰਦੇ ਇੰਜ ਕਰ, ਇਸ ਰਤਨ ਨੂੰ ਪੱਲੇ ਦੇ ਨਾਲ ਬੰਨ੍ਹ ਲੈ ਤੇ ਬਾਜ਼ਾਰ ਦੇ ਵਿੱਚ ਲੈ ਕੇ ਜਾਣਾ ਹੈ, ਸਿਰਫ ਇਸ ਦਾ ਮੁੱਲ ਪਵਾਉਣਾ ਹੈ, ਵੇਚਣਾ ਨਹੀਂ। ਯਾਦ ਰੱਖਣਾ, ਮੁੱਲ ਪਵਾਉਣਾ ਹੈ, ਵੇਚਣਾ ਨਹੀਂ। ਪੱਲੇ ਦੇ ਨਾਲ ਬੰਨਿਆ ਹੈ, ਬਾਜ਼ਾਰ ਦੇ ਵਿੱਚ ਗਿਆ ਹੈ। ਇਤਿਹਾਸਕਾਰ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਸਬਜ਼ੀ ਵਾਲੀ ਦੁਕਾਨ ਤੇ ਗਿਆ ਹੈ, ਉਸਨੇ ਉਸਦੀ ਥੋੜੀ ਜਿਹੀ ਸਬਜ਼ੀ ਦੇਣਾ ਕੀਤੀ ਹੈ, ਮੁੱਲ ਪਾਇਆ ਹੈ ਥੋੜੀ ਜਿਹੀ ਸਬਜ਼ੀ ਦਾ, ਕਿਲੋ ਲੈ ਲਓ, 2 ਕਿਲੋ ਕਹਿ ਲਓ। ਕਹਿੰਦੇ ਹਨ ਮੇਰੇ ਗੁਰੂ ਦਾ ਹੁਕਮ ਹੋਇਆ, ਇਸ ਦਾ ਮੁੱਲ ਪਵਾਉਣਾ, ਮੈਂ ਵੇਚਣਾ ਨਹੀਂ। ਰਤਨ ਮਣੀ ਕਲ ਬਾਂਦਰ ਹੈ, ਕਿ ਉਹ ਕੀਮ ਨਾ ਜਾਣੇ। ਜਿਸ ਤਰ੍ਹਾਂ ਰਤਨ ਦੀ ਕੀਮਤ ਬਾਂਦਰ ਨੂੰ ਨਹੀਂ ਪਤਾ, ਭਾਈ ਗੁਰਦਾਸ ਜੀ ਲਿਖਦੇ ਹਨ ਅਣਮੁੱਲਾ ਹੁੰਦਾ ਹੈ ਰਤਨ, ਉਸ ਦੀ ਕੀਮਤ ਉਹੀ ਪਾ ਸਕਦਾ ਹੈ ਜਿਸ ਨੂੰ ਉਸ ਦੀ ਕੀਮਤ ਦਾ ਪਤਾ ਹੈ। ਤੇ ਸਬਜ਼ੀ ਵਾਲੇ ਨੇ ਜਦੋਂ 2 ਕਿਲੋ ਸਬਜ਼ੀ ਉਸਦੀ ਭੇਟਾ ਕਹੀ, ਤੇ ਕਹਿੰਦੇ ਮੇਰੇ ਗੁਰੂ ਦਾ ਹੁਕਮ ਹੈ, ਵੇਚਣਾ ਨਹੀਂ ਹੈ। ਅੱਗੇ ਹਲਵਾਈ ਦੀ ਦੁਕਾਨ ਤੇ ਗਿਆ, ਉਸਨੇ ਵੀ ਕੋਈ ਕਿਲੋ 2 ਕਿਲੋ ਮਠਿਆਈ ਕਹਿ ਰਹੀ ਹੈ। ਰਹੋ ਵਿਚਾਰ, ਹੁਣ ਜਾਂਦਾ ਜਾਂਦਾ ਸਾਲਸ ਰਾਏ ਜੋਹਰੀ ਕੋਲ ਪਹੁੰਚਿਆ। ਸਾਲਸ ਰਾਏ ਜੋਹਰੀ ਕੋਲ ਜਦੋਂ ਪਹੁੰਚਿਆ ਹੈ, ਉਸ ਨੂੰ ਉਹ ਰਤਨ
ਸਾਲਸਰਾਏ ਨੇ ਆਪਣੀ ਜੇਬ ਦੇ ਵਿੱਚੋਂ ਰੁਮਾਲ ਕੱਢਿਆ। ਰੁਮਾਲ ਤੇ ਉਸ ਕੀਮਤੀ ਲਾਲ ਨੂੰ ਰੱਖਣਾ ਕੀਤਾ ਹੈ ਤੇ ਰੱਖ ਕੇ 100 ਰੁਪਇਆ ਦਰਸ਼ਨੀ ਭੇਟਾ ਦਿੱਤੀ। ਅੰਦਾਜ਼ਾ ਲਗਾ ਕੇ ਦੇਖੋ, ਉਸ ਸਮੇਂ ਦਾ 100 ਰੁਪਇਆ, 100 ਰੁਪਇਆ ਦਰਸ਼ਨੀ ਭੇਟਾ ਦਿੱਤੀ ਹੈ ਤੇ ਫਿਰ ਉਸਦੀ ਪਰਿਕਰਮਾ ਕੀਤੀ ਹੈ ਉਸ ਲਾਲ ਦੀ। ਜਦੋਂ ਇੰਨੀਆਂ ਇਹ ਕੌਤਕ ਭਾਈ ਮਰਦਾਨਾ ਜੀ ਨੇ ਦੇਖਿਆ, ਹੈਰਾਨ ਹੋ ਗਿਆ ਤੇ ਮੁਖ ਦੇ ਵਿੱਚੋਂ ਕਿਹਾ, ਕਹਿੰਦੇ ਵੀ ਇਸ ਦੀ ਕੀ ਕੀਮਤ ਹੈ? 100 ਰੁਪਇਆ। ਤੇ ਸਾਲਸਰਾਏ ਹੱਸਣ ਲੱਗ ਪਿਆ, ਕਹਿੰਦੇ 100 ਰੁਪਇਆ ਇਸ ਦੀ ਕੀਮਤ ਨਹੀਂ ਹੈ, ਸਿਰਫ ਦਰਸ਼ਨੀ ਭੇਟਾ ਹੈ। ਤੇ ਕਹਿੰਦੇ ਕਿੰਨੀ ਇਸ ਦੀ ਕੀਮਤ ਹੋ ਸਕਦੀ ਹੈ? ਕਹਿੰਦੇ ਕੀਮਤ ਦੀ ਗੱਲ ਕਰੀਏ, ਸਾਰੀ ਕਾਇਨਾਤ ਵੇਚ ਲਈਏ, ਤਿੰਨੇ ਲੋਕ ਵਿਕ ਜਾਣ, ਫਿਰ ਵੀ ਇਸ ਦੀ ਕੀਮਤ ਪਾਈ ਨਹੀਂ ਜਾ ਸਕਦੀ। ਸਾਧ ਸੰਗਤ ਹੀ ਉਸੇ ਤਰ੍ਹਾਂ ਹੀ ਜੀਵਨ ਹੈ, ਇਸ ਦੀ ਕੀਮਤ ਪਾਈ ਨਹੀਂ ਜਾ ਸਕਦੀ। ਹੁਣ ਜਦੋਂ ਇੰਨਾ ਪਤਾ ਲੱਗਿਆ ਹੈ, ਵਾਪਸ ਚੱਲ ਪਿਆ ਹੈ। ਸਾਲਸਰਾਏ ਜੋਹਰੀ ਨੇ ਕੀ ਕੀਤਾ ਹੈ? ਉਹ ਅਣਮੁੱਲਾ ਰਤਨ ਵੀ ਦੇ ਦਿੱਤਾ ਹੈ, 100 ਰੁਪਇਆ ਭੇਟਾ ਵੀ ਦੇ ਦਿੱਤੀ ਹੈ। ਵਾਪਸ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਕੋਲ, ਜਾ ਕੇ ਦੱਸਣਾ ਕੀਤਾ ਵੀ ਅੱਜ ਇਹ ਘਟਨਾ ਘਟੀ ਹੈ। ਸਭ ਨੇ ਆਪੋ ਆਪਣੇ ਹਿਸਾਬ ਦੇ ਨਾਲ ਇਸ ਦਾ ਮੁੱਲ ਪਾਇਆ ਹੈ, ਪਰ ਇੱਕ ਸਾਲਸਰਾਏ ਜੋਹਰੀ ਮਿਲਿਆ ਹੈ ਜਿਸਨੇ 100 ਰੁਪਇਆ ਇਸ ਦੀ ਦਰਸ਼ਨ ਹੀ ਭੇਟਾ ਦਿੱਤੀ, ਦਰਸ਼ਨ ਕਰਨ ਦੀ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਭਾਈ ਮਰਦਾਨਾ ਜੀ, ਇਹ ਮਾਇਆ ਤੇ ਸਾਡਾ ਹੱਕ ਨਹੀਂ। ਜੇ ਵੇਚਦੇ ਫਿਰ ਇਹ ਆਪਾਂ ਰੱਖਣ ਦੇ ਯੋਗ ਸੀ। ਇੰਜ ਕਰੋ, ਇਸ ਮਾਇਆ ਨੂੰ ਉਸਨੂੰ ਵਾਪਸ ਕਰਕੇ ਆਓ। ਤੇ ਜਦੋਂ ਸਾਲਸਰਾਏ ਨੂੰ ਮਾਇਆ ਦੇਣ ਵਾਸਤੇ ਭਾਈ ਮਰਦਾਨਾ ਜੀ ਵਾਪਸ ਪਹੁੰਚੇ ਹਨ, ਸਾਲਸਰਾਏ ਜੋਹਰੀ ਨੂੰ ਮਾਇਆ 100 ਰੁਪਏ ਦਿੱਤੀ ਹੈ, ਆਖਿਆ ਕਿ ਮੇਰੇ ਗੁਰੂ ਦਾ ਹੁਕਮ ਹੋਇਆ ਹੈ। ਉਸ ਸਮੇਂ ਸਾਲਸਰਾਏ ਜੋਹਰੀ ਦੇ ਮਨ ਦੇ ਵਿੱਚ ਖਿਆਲ ਆਉਂਦਾ, ਕਹਿੰਦੇ ਹੋਵੇ ਨਾ ਹੋਵੇ ਬਹੁਤ ਵੱਡੇ ਤਿਆਗੀ ਪੁਰਸ਼ ਹੋਣਗੇ ਜਿਨ੍ਹਾਂ ਨੇ ਐਡੀ ਮਾਇਆ ਨੂੰ ਵਾਪਸ ਕਰ ਦਿੱਤਾ। ਤੇ ਭਾਈ ਮਰਦਾਨਾ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਸਾਲਸਰਾਏ ਜੋਹਰੀ, ਕਹਿੰਦੇ ਮੈਨੂੰ ਵੀ ਦਰਸ਼ਨ ਕਰਾਓ, ਐਸੇ ਤਿਆਗੀ ਮਹਾਂਪੁਰਸ਼, ਕਹਿੰਦੇ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਵਾਓ। ਤੇ ਸਾਲਸਰਾਏ ਜੋਹਰੀ ਦੇ ਨਾਲ ਜਦੋਂ ਵਾਪਸ ਆਏ ਹਨ ਨਾ, ਭਾਈ ਮਰਦਾਨਾ ਜੀ ਤੇ ਸਾਲਸਰਾਏ ਜੋਹਰੀ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਹਨ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ, ਕਹਿੰਦੇ ਹਨ ਕੋਈ ਉਪਦੇਸ਼ ਦੇਣਾ ਕਰੋ। ਤੇ ਗੁਰੂ ਸਾਹਿਬ ਕਹਿੰਦੇ ਹਨ, ਸਾਲਸ ਤੂੰ ਜੋਹਰੀ ਮੰਨਿਆ, ਤੂੰ ਜੋਹਰੀ ਹੈ, ਪਰ ਤੂੰ ਇੱਕ ਪੱਥਰਾਂ ਤੱਕ ਹੀ ਰਹਿ ਗਿਆ। ਤੈਨੂੰ ਗੁਰੂ ਸਾਹਿਬ ਨੇ ਪਾਰਖੂ ਨਜ਼ਰ ਬਖਸ਼ੀ ਹੈ, ਬਸ ਤੂੰ ਕੀਮਤੀ ਪੱਥਰ ਤੱਕ ਹੀ ਰਹਿ ਗਿਆ, ਇਸ ਤੋਂ ਅੱਗੇ ਤੂੰ ਵੀ ਨਹੀਂ ਗਿਆ। ਪੱਥਰ ਤੂੰ ਆਪਣਾ ਆਧਾਰ ਬਣਾ ਲਿਆ, ਤੇਰਾ ਕੀਤਾ ਹੈ, ਤੇਰਾ ਕਰਮ ਹੈ, ਠੀਕ ਹੈ, ਪਰ ਇਸ ਤੋਂ ਉੱਪਰ ਵੀ ਦੁਨੀਆ ਹੈ। ਕਿਹੜੀ ਹੈ? ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਹੈ। ਇਹ ਪੱਥਰ ਇੱਥੇ ਤੱਕ ਹੀ ਰਹਿ ਜਾਣੇ ਹਨ, ਇਸ ਤੋਂ ਅੱਗੇ ਨਹੀਂ ਜਾਣੇ। ਤੂੰ ਆਪਣੇ ਲਾਲ ਨੂੰ ਵੀ ਪਛਾਣ। ਆਪਣਾ ਲਾਲ ਕੀ ਹੈ? ਤੂੰ ਆਪਣੇ ਮੂਲ ਨੂੰ, ਅੰਦਰਲੇ ਮੂਲ ਨੂੰ ਪਛਾਣਾ ਕਰ, ਜੋ ਇੰਨਾ ਅਣਮੁੱਲਾ ਹੈ। ਇਸੇ ਨੂੰ ਸਾਹਿਬ ਦੇ ਰੈਣ ਗਵਾਈ ਸੋਏ ਕਹਿ, ਦਿਲ ਸੇ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੈ। ਜਿਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਜਿਹਨਾਂ ਕੀਤੀ ਤੇ ਕੌਡੀਆਂ ਦੇ ਭਾਅ ਹੀ ਵਿਕ ਜਾਣਾ। ਇਹ ਉਹ ਅਕਾਲ ਪੁਰਖ ਵਾਹਿਗੁਰੂ ਦੀ ਨਿਆਮਤ ਹੈ, ਅਣਮੁੱਲੀ ਹੈ, ਜਿਸ ਨੂੰ ਪਛਾਣ ਦਾ ਕੋਈ ਵਿਰਲਾ ਨਹੀਂ ਹੈ। ਤੇ ਸੰਗਤ ਇੱਕ ਐਸੀ ਚੀਜ਼ ਹੈ ਪਿਆਰੇ, ਯਾਦ ਰੱਖਣਾ, ਸੰਗਤ ਕਲਪ ਵ੍ਰਿਕਸ਼ ਦੇ ਵਰਗੀ ਹੈ, ਕਾਮ ਤੇ ਗਊ ਵਰਗੀ ਹੈ, ਇੱਥੋਂ ਜੋ ਵੀ ਮੰਗੀਏ ਮਿਲਦਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ, ਵਿੱਚ ਸੰਗਤ ਹਰਿ ਪ੍ਰਭ ਵਸੈ ਜੀ। ਸੰਗਤ ਦੇ ਵਿੱਚ ਪਰਮਾਤਮਾ ਆਪ ਵਸਦਾ ਹੈ। ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੀ ਭਗਤ ਨਾ ਛੁਟੈ ਮੋਹ। ਕਹਿੰਦੇ ਜਿਹਦੇ ਵਾਸਤੇ ਸੰਗਤ ਅਰਦਾਸ ਕਰ ਦਵੇ, ਉਹਦੀ ਫਿਰ ਧੁਰ ਦਰਗਾਹ ਜਾ ਕੇ ਸੁਣਦੀ ਹੈ, ਉਸ ਨੂੰ ਕੋਈ ਵੀ ਮੇਟ ਨਹੀਂ ਸਕਦਾ। ਬਿਰਤੀ ਕਦੇ ਨਾ ਹੋਵਈ
जन की अरदास नानक जोर गोविंद का पूर्ण गुणदास। फिर बिरती नहीं होती। तो अज असीं इकत्तर होए हां, अरदास करनी है दिलों जुड़ के उस अकाल पुरख वाहिगुरू के चरणों कि हे परम पिता परमात्मा बीबी इंद्रजीत कौर को अपने चरणों में निवास बख्शना। यही अरदास असीं अज सारिਆਂ ने इकत्तर होए हां करनी है। रहो विचार साहिब जीवन के अणमुल्ले पक्षां की गल करते हैं। इस देही की साहिब ने गल की है, संगत की गल की है, नाम की गल की है, अहंकार त्यागण की गल की है। साहिब कहते संगत के विच जाके एक ऐसा आनंद प्राप्त होता है जिस तरह चंदन के विचों खुशबू आती है ना, तो चंदन की विशेषता बड़ी निराली विशेषता है। साहिब गुरबाणी के भगत कबीर जी की गुरबाणी के दर्ज करते हैं, कबीर चंदन का बिरवा भला बेड़ियो ढाक पलास कोई भी चंदन होए रहे बसे जो चंदन बास। कहते संगत चंदन के बूटे वर्गी है। जिस तरह चंदन के बूटे के विचों महका आउंदियां खुशबू बनता है ना, शीतल होता है, ठंडा होता है, सच जानी संगत के विच जाके भी तेन यही गुण प्राप्त तेरे अंदर भी शीतलता आ जाएगी, ठंडक आ जाएगी, मन टकाव के विच आ जाएगा, तेरे शरीर से भी संगत का रंग चढ़ जाएगा। साहिब कहते हैं चंदन वर्गा बन जा, शीतल बन जा, ठंडा बन जा, ते चंगे पुरुषों की संगत का आनंद मान ले। संगत दो प्रकार की है, एक सत्संगत, एक कुसंगत। ते विद्वानां ने संगत में एक रूप होर दिता है, वो कहते हैं गुर संगत, तीजी गुरु की संगत है। सत्संग दे विच सत्संग दा रंग चढ़ेगा, ते कुसंगत दे विच बुरा रंग चढ़ेगा। ते जिन्हों गुरु की संगत मिल गई, सच जानियो जिन हर जपिया से हर होए, हर मिलिया केल के लागी। जिन्होंने भाई को जप लिया ना, गुरु साहिब ने इतों तक विशेषता दे दी है, कहते हैं जिन्हें जपिया वो हरि का रूप ही हो गया। जिन हर जपिया से हर होए, हर मिलिया केल के लागी, वो प्राप्त हो जाता है, बेअंत है। ते साहिब कहते हैं संगत के विच जाना है ना, एक विशेषता दसते हैं। संगत की परिभाषा कहते हैं सत्संगत कैसी जानी है जिथे एको नाम बखानी। कहते संगत होंदी किहो जी जिथे उस अकाल पुरख वाहिगुरू का नाम जपिया जा रहा हो, जिथे उस अकाल पुरख वाहिगुरू की बंदगी हो रही हो, वो सत्संगत है। ये साहिब कहते संगत के जाके बहना किवें है, सावधान एकाग्र चीत। कहते जदों भी संगत के विच जाना है, सावधान स्थिति के विच बैठना है। कि जो भी उस अकाल पुरख वाहिगुरू की नियामत की बरखा हो रही होवे, उसनूं अपनी झोली दे विच पाउणा है। उस अकाल पुरख वाहिगुरू के जो भी वचन हो रहे होण, जो गुरु सानूं बख्शदे हन, उन्हां नूं उस हुक्मनामे नूं अपने हिरदे दे अंदर वसाउणा। ते कुसंगत दे विच साहिब कहते हैं माड़ा रंग चढ़ जाता है। साहिब इत्थे एक शब्द वरतते हैं, साहिब कहते हैं जिस तरह चंदन के बूटे की विशेषता है ना, वो अपनी खुशबू सारिਆਂ ਨੂੰ वंड दिंदा है, पर जे कोई नमाणा हो के जाए, साहिब कहते हैं जे चंदन के रुख के लागे ना वास हो जाए, वास के विच खुशबू नहीं आती। मैला गर संगेण निम बिरख से चंदन है, निकट बसंतो बांसो नानक अंग बुद्ध ना बोह ते। कहते हैं निम जिन्नी मर्जी कौड़ी होवे, ये निम की विशेषता है। निम अनेकों ही प्रकार दी दवाइयां दे विच पैंदी है, पर याद रखना दवाई के रूप में असीं इहनूं खा सकते हैं, पर सीधी निम खानी बहुत औखी है क्योंकि कौड़ी होंदी। पर गुरु साहिब कहते हैं निम कौड़ी हुंदियां होयां भी चंदन की सुगंधी प्राप्त कर लेती है। चंदन वर्गी सुगंधी निम दे विचों होण लग जाती है। पर एक
ਜਿਹੜਾ ਬਾਂਸ ਦਾ ਬੂਟਾ ਹੈ ਨਾ, ਉਹ ਮਨਮੁਖ ਦੀ ਨਿਆਈ ਹੈ, ਗੁਰਮੁਖ ਦੀ ਨਿਆਈ ਨਹੀਂ। ਉਸ ਦੇ ਵਿੱਚੋਂ ਕਦੇ ਵੀ ਖੁਸ਼ਬੂ ਨਹੀਂ ਆਉਂਦੀ। ਕਬੀਰ ਬਾਂਸ ਵਡਾਈ ਬੂਟਿਆ, ਕਿਉਂ ਮਤ ਡੁੱਬੋ ਕੋਏ, ਚੰਦਨ ਕੈ ਨਿਕਟੈ ਵਸੈ, ਬਾਂਸ ਸੁਗੰਧ ਨਾ ਹੋਏ। ਕਹਿੰਦੇ ਬਾਂਸ ਦੇ ਵਿੱਚੋਂ ਸੁਗੰਧ ਨਹੀਂ, ਚਾਹੇ ਉਹਨੂੰ ਚੰਦਨ ਦਾ ਸੰਗ ਹੀ ਕਿਉਂ ਨਾ ਮਿਲਦਾ। ਕਿਉਂ ਨਹੀਂ ਆਉਂਦੀ? ਕਿਉਂਕਿ ਕਹਿੰਦੇ ਹਨ ਉਹ ਆਪਣੀ ਉਚਾਈ ਤੇ ਆਪਣੇ ਕੱਦ ਤੇ ਮਾਣ ਕਰਦਾ ਹੈ। ਜਿਹੜਾ ਇੱਥੇ ਆ ਕੇ ਆਪਣੇ ਕੱਦ ਦਾ ਮਾਣ ਕਰਦਾ ਹੈ, ਸਾਹਿਬ ਦੇ ਪ੍ਰਵਾਨ ਨਹੀਂ, ਉਹ ਮਨੁੱਖ ਦੀ ਨਿਆਈ ਹੈ। ਬਾਂਸ ਦੇ ਵਿੱਚ ਨਾ 5 ਔਗਣ ਹੁੰਦੇ ਹਨ। ਭਾਈ ਗੁਰਦਾਸ ਜੀ ਵੀ ਲਿਖਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਵਿਸ਼ੇਸ਼ਤਾਵਾਂ ਵੀ ਦੱਸੀਆਂ ਹਨ, ਇਸ ਦੇ ਔਗਣ ਵੀ ਦੱਸੇ ਹਨ। ਸੰਗਤ ਦੀ ਵਿਸ਼ੇਸ਼ਤਾ ਦੇ ਨਾਲ ਚੰਦਨ ਨੂੰ ਜੋੜਿਆ ਹੈ ਤੇ ਮਨੁੱਖ ਦੀ ਨਿਆਈ ਬਾਂਸ ਨੂੰ ਜੋੜਿਆ ਹੈ। ਕਹਿੰਦੇ 5 ਔਗਣ ਹੁੰਦੇ ਹਨ। ਕਿਹੜੇ ਕਿਹੜੇ? ਇੱਕ, ਉਹਨੂੰ ਆਪਣੀ ਉਚਾਈ ਤੇ ਬੜਾ ਮਾਣ ਹੁੰਦਾ ਹੈ, ਉੱਚਾ ਹੁੰਦਾ ਹੈ, ਝੁਕਦਾ ਨਹੀਂ ਹੈ। ਯਾਦ ਰੱਖਣਾ, ਜਿਹੜਾ ਝੁਕਦਾ ਨਹੀਂ ਉਹ ਗੁਰੂ ਨੂੰ ਪ੍ਰਵਾਨ ਨਹੀਂ। ਗੁਰੂ ਸਾਹਿਬ ਕਹਿੰਦੇ ਹਨ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਨ। ਜਿਹੜਾ ਝੁਕ ਗਿਆ ਗੁਰੂ ਦੇ ਅੱਗੇ, ਨਿਮਾਣਾ ਹੋ ਗਿਆ, ਡੰਡੌਤ ਕਰ ਲਈ ਉਸਨੇ, ਸਾਹਿਬ ਕਹਿੰਦੇ ਪ੍ਰਵਾਨ ਹੈ। ਪਰ ਜੇ ਅਹੰਕਾਰ ਕਰ ਲਿਆ, ਬਾਂਸ ਵਾਂਗੂ ਖੜਾ ਰਿਹਾ, ਸਾਹਿਬ ਕਹਿੰਦੇ ਪ੍ਰਵਾਨ ਨਹੀਂ। ਪਹਿਲਾ ਔਗਣ ਆਪਣੇ ਆਪ ਤੇ ਅਹੰਕਾਰ ਕਰਦਾ, ਤੇ ਬਾਂਸ ਦਾ ਦੂਜਾ ਔਗਣ ਹੈ ਉਸ ਤੇ ਛਿੜਤਾਂ ਹੁੰਦੀਆਂ। ਕਦੇ ਬਾਂਸ ਨੂੰ ਫੜ ਕੇ ਨਾ ਵੇਖਣਾ, ਉਸ ਦੇ ਉੱਤੇ ਹੱਥ ਮਾਰ ਕੇ ਦੇਖਣਾ, ਉਸ ਦੇ ਵਿੱਚ ਬਰੀਕ ਬਰੀਕ ਛਿੜਤਾਂ ਹੁੰਦੀਆਂ ਜਿਹੜੀਆਂ ਸਰੀਰ ਨੂੰ ਦੁੱਖ ਦਿੰਦੀਆਂ, ਚੁਭਦੀਆਂ ਹਨ। ਤੇ ਸੱਚ ਜਾਣਿਓ ਮਨਮੁਖ ਵੀ ਦੂਜਿਆਂ ਨੂੰ ਚੁਭਦਾ ਰਹਿੰਦਾ ਤੇ ਦੂਜੇ ਮਨਮੁਖ ਨੂੰ ਚੁਭਦੇ ਰਹਿੰਦੇ। ਮਨਮੁਖ ਅਹੰਕਾਰ ਨਹੀਂ ਛੱਡਦਾ ਬਾਂਸ ਵਾਂਗੂ, ਮਨਮੁਖ ਦੇ ਵੀ ਛਿੜਤਾਂ ਹੁੰਦੀਆਂ, ਚੁਭਦਾ ਹੈ। ਤੇ ਤੀਸਰਾ ਔਗਣ ਦੱਸਦੇ ਹਨ ਬਾਂਸ ਦਾ, ਬਾਂਸ ਦੇ ਵਿੱਚ ਗੰਢਾਂ ਹੁੰਦੀਆਂ ਹਨ। ਗੌਰ ਕਰਨਾ, ਬਾਂਸ ਦੇ ਵਿੱਚ ਗੰਢਾਂ ਹੁੰਦੀਆਂ ਤੇ ਮਨਮੁਖ ਦੇ ਮਨ ਦੇ ਵਿੱਚ ਵੀ ਗੰਢ ਹੁੰਦੀ। ਕਿਸੇ ਨੂੰ ਚੰਗਾ ਨਹੀਂ ਸਮਝਦਾ, ਆਪਣੇ ਆਪ ਤੋਂ ਸਿਵਾਏ ਸਾਰੀ ਦੁਨੀਆ ਉਸਨੂੰ ਪਾਗਲ ਹੀ ਲੱਗਦੀ ਹੈ, ਬੇਵਕੂਫ ਹੀ ਸਾਰੀ ਦੁਨੀਆ ਨੂੰ ਸਮਝਦਾ। ਮਨ ਦੇ ਵਿੱਚ ਗੰਢ ਰੱਖਦਾ ਹੈ, ਭਾਵ ਪੜਦਾ ਰੱਖਦਾ ਹੈ, ਦੂਸਰੇ ਪ੍ਰਤੀ ਇੱਛਾ ਦਵੇਸ਼ ਰੱਖਦਾ ਹੈ। ਸਾਹਿਬ ਕਹਿੰਦੇ ਹਨ ਜਿਸ ਤਰ੍ਹਾਂ ਬਾਂਸ ਦੇ ਵਿੱਚ ਗੰਢ ਹੁੰਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਅੰਦਰ ਗੰਢ ਹੁੰਦੀ ਹੈ। ਤੇ ਚੌਥਾ ਔਗਣ ਪਤਾ ਕੀ ਹੁੰਦਾ ਹੈ? ਸਾਹਿਬ ਕਹਿੰਦੇ ਅੰਦਰੋਂ ਥੋਥਾ ਹੁੰਦਾ ਹੈ, ਖਾਲੀ ਹੁੰਦਾ ਹੈ। ਅੰਦਰੋਂ ਉਹ ਖਾਲੀ ਹੁੰਦਾ, ਇੱਕ ਬੰਨੋਂ ਫੂਕ ਮਾਰੀਏ, ਦੂਸਰੇ ਬੰਨੋਂ ਹਵਾ ਨਿਕਲ ਜਾਵੇ। ਸਤਿਗੁਰ ਸਾਚਾ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਵਜਾਈਐ ਫੂਕ। ਕਹਿੰਦੇ ਫੂਕ ਮਾਰ ਦਿਓ, ਇੱਕ ਬੰਨੇ ਮਾਰੋ, ਦੂਸਰੇ ਬੰਨੋਂ ਦੀ ਫੂਕ ਦੀ ਹਵਾ ਨਿਕਲ ਜਾਂਦੀ। ਉਸੇ ਤਰ੍ਹਾਂ ਮਨੁੱਖ ਵੀ ਅੰਦਰੋਂ ਖਾਲੀ ਹੁੰਦਾ, ਥੋਥਾ ਹੁੰਦਾ। ਗੁਰੂ ਦੀ ਵਾਰਤਾ ਨੂੰ, ਗੁਰੂ ਦੀ ਗੱਲ ਨੂੰ, ਗੁਰੂ ਦੇ ਹੁਕਮ ਨੂੰ ਇੱਕ ਕੰਨ ਥਾਣੀ ਸੁਣਦਾ ਹੈ ਤੇ ਦੂਸਰੇ ਕੰਨ ਥਾਣੀ ਬਾਹਰ ਕੱਢ ਦਿੰਦਾ, ਖਾਲੀ ਹੈ। ਤੇ ਪੰਜਵਾਂ ਔਗਣ ਬਾਂਸ ਦਾ ਸਾਹਿਬ ਕਹਿੰਦੇ ਹਨ ਜੋ ਸਭ ਤੋਂ ਖਤਰਨਾਕ ਹੈ, ਆਪਣੀ ਕੁਲ ਦਾ ਘਾਤ ਕਰ ਦਿੰਦਾ ਹੈ, ਆਪਣੀ ਕੁਲ ਨੂੰ ਨਾਸ ਕਰ ਦਿੰਦਾ। ਜੰਗਲ ਦੇ ਵਿੱਚ ਜਦੋਂ ਵੀ ਅੱਗ ਲੱਗਦੀ ਹੈ, ਯਾਦ ਰੱਖਣਾ, ਜਦੋਂ ਦੋ ਬਾਂਸ ਆਪਸ ਦੇ ਵਿੱਚ ਰਗੜ ਜਾਣ ਨਾ ਤੇ ਅੱਗ ਪੈਦਾ ਹੁੰਦੀ ਹੈ। ਤੇ ਉਸ ਅੱਗ ਦੇ ਨਾਲ ਸਾਰੇ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਆਪਣੇ ਹੀ ਬਣਾਏ ਹੋਏ ਸੰਸਾਰ ਜੰਗਲ ਨੂੰ ਉਹ ਆਪ ਹੀ ਫੂਕ ਦਿੰਦਾ। ਉਸੇ ਤਰ੍ਹਾਂ ਮਨੁੱਖ ਹੈ ਜੋ ਆਪਣੇ ਪਰਿਵਾਰ ਦਾ, ਮਾੜੀ ਸੰਗਤ ਦਾ ਕਰਕੇ ਆਪਣੇ ਪਰਿਵਾਰ ਦਾ ਨਾਸ਼ ਕਰ ਦਿੰਦਾ। ਤੇ ਸਾਧ ਸੰਗਤ ਯਾਦ ਰੱਖਣਾ, ਬਾਂਸ ਦੀ ਨਿਆਈ ਨਹੀਂ ਬਣਨਾ, ਚੰਦਨ ਦੇ ਰੁੱਖ ਦੀ ਨਿਆਈ ਬਣਨਾ ਹੈ। ਤੇ ਇੰਨਾ ਕੁ ਅੰਦਰੋਂ ਭਿੱਜ ਜਾਣਾ ਹੈ ਕਿ ਚਾਹੇ ਕਿੰਨੇ ਵੀ ਸਾਨੂੰ ਮਾੜੇ ਇਨਸਾਨ ਮਿਲਣ, ਆਪਣਾ ਸੁਭਾਅ ਨਹੀਂ ਛੱਡਣਾ। ਸਾਹਿਬ ਨੇ ਲਿਖਿਆ ਹੈ, ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ, ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭੁਯੰਗਮ ਬੇੜਿਓ, ਤਾ ਸੀਤਲਤਾ ਨਾ ਤਜੰਤ।
ਚੰਦਨ ਦੇ ਰੁੱਖ ਦੀ ਨਿਆਈ ਸਾਹਿਬ ਕਹਿੰਦੇ ਹਨ, ਸੰਤ ਜਿਹੜਾ ਸੁਭਾਅ ਹੁੰਦਾ ਨਾ, ਜਿਸ ਦਾ ਸੰਤ ਵਰਗਾ ਸੁਭਾਅ ਬਣ ਜਾਂਦਾ ਹੈ, ਬਸ ਬਣਨਾ ਔਖਾ ਹੈ। ਜੇ ਬਣ ਗਿਆ ਸਾਹਿਬ ਕਹਿੰਦੇ ਹਨ, ਫਿਰ ਦੁਨੀਆ ਦੇ ਜਿੰਨੇ ਮਰਜ਼ੀ ਮਾੜੇ ਇਨਸਾਨ ਉਸ ਨੂੰ ਮਿਲ ਜਾਣ, ਉਹ ਆਪਣਾ ਰੰਗ ਉਸ 'ਤੇ ਚੜਾ ਨਹੀਂ ਸਕਦੇ। ਜਿਸ ਤਰ੍ਹਾਂ ਹੁਣ ਸੱਪ ਦੀ ਗੱਲ ਕਰੀਏ ਸਾਧ ਸੰਗਤ ਜੀ, ਸੱਪ ਦੇ ਵਿੱਚ ਅੰਤਾਂ ਦੀ ਜ਼ਹਿਰ ਹੁੰਦੀ ਹੈ, ਪਰ ਉਹ ਚੰਦਨ ਦੇ ਰੁੱਖ ਨੂੰ ਲਪੇਟਿਆ ਹੁੰਦਾ ਹੈ, ਚਿੱਟਾ ਮਾਰਿਆ ਹੁੰਦਾ ਉਸਨੇ। ਤੇ ਚੰਦਨ ਦੀ ਵਿਸ਼ੇਸ਼ਤਾ ਕੀ ਹੈ? ਚੰਦਨ ਖੁਸ਼ਬੂ ਤੇ ਦਿੰਦਾ ਹੈ, ਪਰ ਉਸ ਦੀ ਜ਼ਹਿਰ ਨੂੰ ਆਪ ਗ੍ਰਹਿਣ ਨਹੀਂ ਕਰਦਾ। ਹਾਲਾਂਕਿ ਚੰਦਨ ਦੇ ਰੁੱਖ ਦੇ ਵਿੱਚ ਖੁਸ਼ਬੂ ਹੈ ਤੇ ਸੱਪ ਦੇ ਵਿੱਚ ਅੰਤਾਂ ਦੀ ਜ਼ਹਿਰ ਹੈ, ਪਰ ਸੱਪ ਆਪਣਾ ਅਸਰ ਚੰਦਨ ਦੇ ਬੂਟੇ ਤੇ ਛੱਡ ਨਹੀਂ ਸਕਦਾ, ਕਿਉਂਕਿ ਚੰਦਨ ਦਾ ਸੁਭਾਅ ਹੀ ਐਸਾ ਹੈ, ਸੰਤ ਨਾ ਛੱਡੈ ਸੰਤਈ ਜੋ ਕੋਟਿ ਮਿਲੈ ਅਸੰਤ। ਚਾਹੇ ਜਿੰਨੇ ਮਰਜ਼ੀ ਮਾੜੇ ਪੁਰਸ਼ ਉਸ ਨੂੰ ਮਿਲ ਜਾਣ, ਆਪਣਾ ਸੁਭਾਅ ਉਹ ਛੱਡਦਾ ਨਹੀਂ। ਇਹ ਐਸਾ ਜੀਵਨ ਹੈ ਕਿ ਸਾਹਿਬ ਨੇ ਸੰਗਤ ਦੇ ਵਿੱਚ ਜਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਤੇ ਨੀਵਾਂ ਹੋਣਾ ਹੈ। ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ ਗੁਰੂ ਦੇ ਦਰ ਤੇ ਆ ਕੇ ਨੀਵਾਂ ਨਹੀਂ ਨਾ ਹੁੰਦਾ, ਉਸ ਦਾ ਸਿਰ ਵੀ ਪ੍ਰਵਾਨ ਨਹੀਂ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀੰਜੈ ਕਾਏ, ਪੁੰਨੇ ਹੇਠ ਜਲਾਈਏ ਬਾਲਣ ਸੰਦੈ ਖਾਏ। ਕਹਿੰਦੇ ਜਿਹੜਾ ਸਿਰ ਗੁਰੂ ਦੇ ਚਰਨਾਂ ਤੇ ਝੁਕਦਾ ਨਹੀਂ ਨਾ, ਉਸ ਨੂੰ ਕੱਟ ਦੇਣਾ ਚਾਹੀਦਾ ਹੈ। ਉਸ ਨੂੰ ਕੱਟ ਕੇ ਚੁੱਲ੍ਹੇ ਦੇ ਵਿੱਚ ਪੁੰਨੇ ਦੇ ਹੇਠ, ਕੁੱਜੇ ਦੇ ਹੇਠ ਬਾਲ ਦੇਣਾ ਚਾਹੀਦਾ, ਬਾਲਣ ਦੀ ਥਾਂ ਤੇ। ਇੰਨੀ ਨਿਮਰਤਾ ਦੇ ਵਿੱਚ ਸਾਹਿਬ ਆ ਕੇ ਇਹ ਬਚਨ ਕਹਿੰਦੇ ਹਨ ਕਿ ਜਿਹੜਾ ਗੁਰੂ ਦੇ ਅੱਗੇ ਨਾ ਝੁਕਦਾ ਉਹ ਪ੍ਰਵਾਨ ਨਹੀਂ ਹੈ। ਤੇ ਜਪਣਾ ਕਿਸ ਤਰ੍ਹਾਂ ਹੈ? ਸਾਹਿਬ ਕਹਿੰਦੇ ਨੇ ਅੰਦਰ ਨੂੰ ਝਾਤੀ ਮਾਰ ਕੇ ਜਪਣਾ ਹੈ। ਰਹਿਰਾ ਸਾਹਿਬ ਦੇ ਵਿੱਚ ਆਪ ਦੀ ਨਿਤਾ ਪ੍ਰਤੀ ਰੋਜ਼ ਸਰਵਣ ਕਰਦੇ ਹੋ। ਗ੍ਰੰਥੀ ਸਾਹਿਬਾਨ ਰਹਿਰਾ ਸਾਹਿਬ ਨਿਤਾ ਪ੍ਰਤੀ ਆਪ ਜੀ ਨੂੰ ਸਰਵਣ ਕਰਾਉਂਦੇ ਹਨ। ਤੇ ਕਈ ਸੰਗਤਾਂ ਖੁਦ ਵੀ ਗੁਰਬਾਣੀ ਦਾ ਜਾਪ ਕਰਦੀਆਂ, ਪਾਠ ਕਰਦੀਆਂ ਹਨ ਨਿਤਾ ਪ੍ਰਤੀ। ਆਪ ਜੀ ਨੇ ਇਹ ਸ਼ਬਦ ਪੜ੍ਹਿਆ ਵੀ ਹੋਏਗਾ, ਪਰ ਗੱਲ ਹੈ ਵਿਚਾਰ ਦੀ। ਜਿੰਨਾ ਚਿਰ ਤੱਕ ਵਿਚਾਰ ਨਹੀਂ, ਉਹ ਚੀਜ਼ ਦੇ ਅੰਦਰ ਵਾਸ ਨਹੀਂ ਕਰਨਾ। ਤੇ ਸਾਹਿਬ ਕਹਿੰਦੇ ਨੇ ਜਪਣਾ ਕਿਸ ਤਰ੍ਹਾਂ ਹੈ? ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ ਸ਼ਰਵਣੀ ਸੁਨਣਾ ਗੁਰ ਨਾਮ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਬਸ ਇਹ ਸ਼ਬਦ ਨੂੰ ਹਿਰਦੇ 'ਚ ਵਸਾ ਲਿਓ, ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਝੁਕਾ ਨਹੀਂ ਸਕਦੀ। ਸਾਹਿਬ ਦੇ ਸ਼ਬਦ ਹੀ ਬੜੇ ਕਮਾਲ ਦੇ ਪਏ, ਇੰਨੇ ਪਿਆਰੇ ਸ਼ਬਦ। ਸਾਹਿਬ ਦੇ ਅੰਤਰ ਗੁਰ ਆਰਾਧਨਾ, ਅੰਦਰੋਂ ਗੁਰੂ ਦੀ ਆਰਾਧਨਾ ਕਰ, ਦਿਲ ਦੇ ਵਿੱਚੋਂ ਗੁਰੂ ਨੂੰ ਪਹਿਲੋਂ ਕਬੂਲ ਕਰ। ਮਨ ਮਾਨਿਆ ਤਉ ਹਰ ਜਾਣਿਆ। ਜੇ ਮਨ ਨੇ ਮੰਨ ਲਿਆ ਨਾ ਗੁਰੂ ਹੈ, ਪਰਮਾਤਮਾ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਤੇ ਸਾਹਿਬ ਕਹਿੰਦੇ ਹੈ। ਜੇ ਨਹੀਂ ਮੰਨਿਆ ਤੇ ਨਹੀਂ, ਬਸ ਇਹੀ ਹੈ। ਤੇ ਜਦੋਂ ਉਸ ਨੂੰ ਯਾਦ ਕਰਨਾ ਹੈ, ਪਹਿਲਾਂ ਮਨ ਨੂੰ ਮਨਾਉਣਾ ਹੈ। ਮਨ ਜੀਤਾ ਹੈ ਜਗ ਜੀਤ। ਜਿਹਨੇ ਮਨ ਨੂੰ ਜਿੱਤ ਲਿਆ, ਸਾਹਿਬ ਕਹਿੰਦੇ ਉਸਨੇ ਜਗ ਨੂੰ ਜਿੱਤ ਲਿਆ। ਤੇ ਇੱਥੇ ਬਸ ਨਹੀਂ, ਸਾਹਿਬ ਕਹਿੰਦੇ ਅੰਦਰੋਂ ਉਹਨੂੰ ਧਿਆਉਣਾ ਹੈ, ਯਾਦ ਕਰਨਾ ਹੈ, ਆਰਾਧਨਾ ਕਰਨੀ ਹੈ। ਨੇਤਰੀ ਸਤਿਗੁਰ ਵੇਖਣਾ, ਤੇ ਅੱਖਾਂ ਦੇ ਨਾਲ ਆਪਣੇ ਗੁਰੂ ਦੇ ਦੀਦਾਰੇ ਕਰਨੇ। ਇਹ ਨੇਤਰੋ ਮੇਰਿਓ ਹਰ ਤੁਮ ਹੈ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਹਿੰਦੇ ਕਿਸੇ ਹੋਰ ਚੀਜ਼ ਨੂੰ ਨਹੀਂ ਵੇਖਣਾ, ਕੇਵਲ ਤੇ ਕੇਵਲ ਗੁਰੂ ਨੂੰ ਦੇਖਣਾ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਤੇ ਫਿਰ ਸਾਹਿਬ ਕਹਿੰਦੇ ਨੇ ਜਿਹਨੇ ਅੰਦਰੋਂ ਧਿਆ ਲਿਆ, ਅੱਖਾਂ ਦੇ ਨਾਲ ਵੇਖ ਲਿਆ, ਕੰਨਾਂ ਦੇ ਨਾਲ ਗੁਰੂ ਦੀ ਬਾਣੀ ਨੂੰ ਸਰਵਣ ਕਰ ਲਿਆ, ਯਾਦ ਰੱਖਣਾ, ਫਿਰ ਥਾਂ ਦਰਗਾਹ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਹੁੰਦੀ। ਦਰਗਹਿ ਪਾਈਐ ਠਾਉ, ਥਾਂ ਉੱਥੇ ਪ੍ਰਾਪਤ ਹੁੰਦੀ। ਗੁਰੂ ਦੇ ਦੁਆਰੇ ਤੇ ਜਗ੍ਹਾ ਉਹਨੂੰ ਮਿਲਦੀ ਹੈ ਜੋ ਗੁਰੂ ਦਾ ਹੋ ਗਿਆ। ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ, ਗੁਰੂ ਦਾ ਬਣਨਾ ਔਖਾ। ਜੇ ਗੁਰੂ ਦੇ ਬਣ ਗਏ, ਸਾਰਾ ਸੰਸਾਰ ਗੁਰੂ ਦਾ ਹੋਗਾ। ਤੇ ਸਾਹਿਬ ਕਹਿੰਦੇ ਜਿਨ੍ਹਾਂ ਨੇ ਜਪਿਆ ਹੈ ਨਾ, ਫਿਰ ਉਹਨਾਂ ਦਾ ਮਾਣ ਸਤਿਕਾਰ ਬਹੁਤ ਹੁੰਦਾ ਹੈ। ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਲ। ਫਿਰ ਦਰਗਾਹ ਦੇ ਵਿੱਚ ਜਾ ਕੇ ਰੇ ਰੇ ਨਹੀਂ ਕਹਿੰਦਾ, ਓਏ ਓਏ ਕੋਈ ਨਹੀਂ ਕਹਿੰਦਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਨਿਆਮਤ ਦੇ ਨਾਲ ਰੇ ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸੁਭ ਦਿਲ, ਬੜੇ ਮਾਣ ਦੇ ਨਾਲ ਵਟਾਉਣਾ ਕਰਦੇ।
पर जिन्हों ने याद किया है, जिन्हों ने सिमरिया है, जिन्हों ने मन को मनाया है, जो गुरु नानक पातशाह जी दुनिया को तारते तारते बगदाद के गए हैं, भाई मरदाना जी नाल सन। बगदाद के गुरु साहिब के नाल भाई मरदाना जी जो पहुंचे हैं, बगदाद की दुनिया को तारिया है, उत्थों का एक सुल्तान होया है। उस सुल्तान के कोल भी गल कही कि कोई हिंद तो हिंद का पीर आया है, हिंदुओं का पीर आया है, जो कि बड़ी कमाल की कलाम पढ़ता है, क्योंकि वो अपनी भाषा के आयात कहते हैं, कलाम कहते हैं। हरेक का आपो अपना धर्म के हिसाब के नाम रखा होया। रहो विचार, जदों सुल्तान को गल गई तो सुल्तान की तीव्र इच्छा हुई कि मैं ही होवे ना होवे अपने अहलकारों को कह के उन्होंने दर्शन दिदारे करा। गुरु नानक पातशाह जी को सदा भेजा गया, बुलाया गया, भाई मरदाना जी नाल हैं। हुण जिहड़े राजे हुंदे हैं, साध संगत जी याद रखना, इन्हां दा हट बड़ा माड़ा हुंदा, जिद बड़ी माड़ी हुंदी है। हुण राजे ने हट कीता, कहंदे आप जी की बड़ी चर्चा सुनी है कि आप जी भुलियां नूं रस्ते पाउंदे हो। एक मेरे मन के अंदर भी बलबला है। 3 सवाल दुनिया के जिन्ने भी फकीर होए हैं, मैं उन्हां तो पूछने कीते हैं, पर मैनूं अज तक किसी ने इसका जवाब नहीं दिता। मेरे अंदर की तीव्र इच्छा है कि मेरे सवालों का आप जी जवाब दो। वो किहड़े 3 सवाल हैं? हुण पहला सवाल राजे ने किया है, राजा तख्त से बैठ गया, सुल्तान तख्त से बैठ गया अपने ते गुरु साहिब सामने हैं। पहला सवाल किया है, गल मनती है ना कि जो ये संसार है, इस तो पहला की सी? जो परमात्मा है तो परमात्मा तो पहला की सी? हुण गुरु साहब हस पे ते हस के कहते, राजन तेरे सवाल का जवाब देंगे, पर एक काम करना पैना है कि आप जी एक थाल मंगाओ, तो थाल दे विच कीमती अणमुल्ले मोती हीरे मंगाओ, ते उन्हां दी गिणती नहीं करनी, गिणती कीतियां बिना जिन्ने भी थाल दे विच आ जाण उन्हां नूं लैके आ। हुण जदों सुल्तान ने यह गल सुनी तो मन दे विच मुस्कुरा पिया, हस पिया। इन्हां दी ते बड़ी महानता सुनी सी, पर होवे ना होवे किते ना किते हो सकता है भी ये भी फकीर लोभ वस हैं। हुण मन दे विच वलवले कर रहा है, विचारा कर रहा है, ते सुल्तान के कहण ते हीरियां दा थाल सामने आ गया है। जदों सामने आया ना तो गुरु नानक पातशाह कहते हैं, हुण गिणती करनी शुरू कर दे। अरबत नरबत धुंधुकारा धरन ना गगना हुक्म अपारा। गुरबाणी कहती है, गुरबाणी के दर्द है। ये संसार की गल की है, पर अकाल पुरख वाहिगुरू जी साहिब गल कर रहे हैं, कहते हैं गिणती शुरू कर दो। सुल्तान ने गिणती की है 1 2 3 4। जो 4 5 तक आए तो गुरु साहिब कहते हैं, सुल्तान तेरी गिनती गलत हो गई, दोबारा गिन। सुल्तान सचेत हो गया, सावधान हो गया, फिर गिनती शुरू की है 1 2 3। साहिब कहते सुल्तान तेरी गिनती फिर गलत हो गई। कहते एक तो मैं शुरू किया है, 1 2 3 तक मैं हजे आया हाँ, इन्ने गिनती किवें गलत हो गई? ते सुल्तान फिर निमरता के घर के आ गया है। कहते फकीर जी हुण जदों भी मैं गिनती गलत शुरू करा ना, गलत गिना मैनूं उत्थे ही रोक दिओ जिथे मैं गलत होवां। ते जदों फकीर जी ने कहा ना 1, ते गुरु साहिब ने बांह फड़ ली।
कहते राजन सुल्तान तू इत्थे ही गलत है। कहते एक ते ही गलत है, कहते एक ते ही गलत है। क्यों? क्योंकि एक तो पहलो गेड़, कहते एक तो पहलो कुछ नहीं है। तो गुरु साहिब कहते बस फिर उस अकाल पुरख वाहिगुरू तो पहलो कोई नहीं। तेरे पहले सवाल का जवाब, तो जो पहले सवाल का जवाब मिलिया मन में खुशी आ गई, तो मन के विचार की हो सके तो ये फकीर पुजे हुए हैं मेरे दोनों तिना सवालों का जवाब ये देना। कहते फकीर जी दूसरा सवाल मेरा ये है भी जे परमात्मा है कोई गल वाहिगुरू वाहिगुरू। हुण सुल्तान ने दूसरा प्रश्न किया है, कहते फकीर जी की खुदा है, अगर खुदा है तो दिखदा क्यों नहीं? हुण जदों ये सवाल किया गुरु साहिब कहते हैं सुल्तान जी तुहाडे सवाल का जवाब मिलेगा, पर उस वास्ते आप जी ने काम करना पैना है। एक बर्तन मंगाओ तो बर्तन के विच दुध लैके आना। हुण सुल्तान ने हुक्म कर दिता है, बर्तन आया है, बर्तन के विच दुध पाया गया है, ते लैके गुरु साहिब के सन्मुख होए हैं। हुण जदों सन्मुख होए ते सुल्तान गुरु साहिब कहन लगे, कहते हैं ये की है? कहते जी दुध है। साहिब कहते हैं इस दे विच तैनूं घ्यो नजर आ रहा है? कहते घ्यो नजर नहीं आ रहा। साहिब कहते इस दे कण कण दे विच घ्यो है, पर तैनूं नजर नहीं आ रहा। पर सच जानी इस दे विच घ्यो है। कहते घ्यो तां है, मन लिया भी घ्यो है, पर उस वास्ते यदि क्रिया है। घ्यो पैदा करने वास्ते पहले दुध को जमाना पैंदा, जाग लगती है, जाग लग के दुध का दही बनता है, दही तो बाद उड़क के इसका मक्खन बनता है, तो मक्खन को पगला के फिर घ्यो बनता है। तो गुरु नानक पातशाह कहते सच जानी बस इत्थे ही भुलेखा है। परमात्मा है, कण कण दे विच विद्यमान है, पर उसनूं वेखण वास्ते पहलों अंदर दे भांडे नूं साफ करना पैना। भांडा धोए बैस देवो तो दै को जाओ, दूध कर्म सुरत समाए होए निराश
मन रूपी भांडा जिसनों पवित्र करना पैना है। पवित्र होएगा किथे? गुरु के दर ते। गुरु द्वारा होए तो सोझी पाए सी, एक द्वारा होए अच्छा होए सी। इस दर ते आके पवित्र होना है। और दुनिया के किसी मर्जी दर ते चल जाओ, मन पवित्र नहीं, मन साफ नहीं होना। ये साहिब कहते हैं बस जिस तरह तेन दुध के घ्यो नहीं ना नजर आ रहा, उस तरह संसार के इन्होंने खुलियां अखां के नाल वो परमात्मा तू देख सकता है, पर तेरा अंदर हजे वो बनया नहीं। ये उस तरह है जिस तरह एक गूंगे नूं मठियाई का आनंद चखा दिता जाए तो बयान नहीं कर सकता, पर अंदर बनाना पैना। मन बड़ा खुश होया कि मैंने दूसरे सवाल का भी जवाब मिल गया। ये परमात्मा कण कण दे विच विद्यमान है। कहते हैं मेरा तीसरा सवाल है, परमात्मा जी है फिर वो करता की, उसका काम की है? साहिब कहते हैं इसका सवाल का जवाब लैन वास्ते ना तेनों मेरी जगह पर आना पैना है तो मैं तेरी जगह पर जाना। इस सवाल का जवाब फिर तेन प्राप्त होना है। हुण राजा गुरु नानक पातशाह की जगह पर आके खड़ा हो गया कि गुरु नानक पातशाह राजे के सिंघासन से चौंका लगा के बैठ गए हैं, अखां बंद कर लिया हैं कि उस अकाल पुरख वाहिगुरू के नाल मिल ला रहे। जदों जुड़ गए हैं किन्ना चिर पातशाह ने अखां ना खोलियां तो राजा हैरान हो गया। तो जदों साहिब ने अखां खोलियां तो अखां खोल के जदों देखना किया तो राजे ने पूछा, सुल्तान ने पूछा कि तीसरे सवाल का जवाब नहीं तुसां दिता। साहिब कहते तीसरे सवाल का जवाब ये है कि मैं समझिया नहीं, कहते समझण वास्ते थोड़ा जिहा बरीकी दे विच जा, जिथे मैं खड़िया सी उत्थे हुण तू खड़िया है, जिथे तू बैठा सी ना उत्थे हुण मैं बैठा। बस परमात्मा यही कुछ करता है, धरती तो बैठे हुए आसमान से बिठा देता है, ते आसमान से बैठे हुए धरती से बिठा देता। ये उसकी खेल है। जल ते थल कर थल ते कूआ कूप ते मेल करावे, धरती ते आकाश चढ़ावे चढ़े आकाश गिरावे, पेखारी ते राज करावे राजा ते पेखारी, खर मुल्क ते पंडित करबो पंडित ते दुगधारी, नारी ते जो पुरख करावे पुरखन ते जो नारी, कहो कबीर सब को प्रीतम तिस मूरत बलिहारी। साहिब ने उसके रंग अनेक हैं, उसकी मौज है। ये अकाल पुरख वाहिगुरू की बाणी की विशेषता है। सवैयां दे विच भट्ट दर्ज करते हैं कि साहिब की जो मेहर भरी नजर हो जाती है ना, वो कोडियां हीरे बना देता है। बा कमाल इस अकाल पुरख वाहिगुरू के गुण न्यारे। जिस तरह की शब्द का आप उच्चारण किया है ना, आपने श्रवण किया भी जल के थल कर थल के कूआ, उसकी मौज है। वो अकाल पुरख वाहिगुरू का एक कौतक न्यारा ही है। वो भरे हुए समुद्र में राजस्थान के टिब्बे बना देता है। राजस्थान की रेता की खोज हुई है, निरीक्षण होया है कि किसी समय उत्थे समुद्र चलता सी, पानी चलता सी। जिहड़ी वो रेता है बालू रेता कदे भी बस्तर में लगती नहीं। जो उत्थों की रेता है दसते हैं साइंटिस्टां की खोज है कि वो किसी समय उत्थे समुद्र चलता सी, पर अज उत्थे की है जल के थल कर थल ते कूआ, ते जिथे कुछ नहीं होता उत्थे डूंगे खूह बना दिंदा है पानी वाले कूप ते मेल करावे, ते जिथे खूह वर्गी डूंगी थां हुंदी है उत्थे सुमेल पर्वत बना दिंदा है। धरती ते आकाश चढ़ावे ते इंसान को पदवी दे दिंदा है राजियां वाली, चढ़े आसमान गिरा
उसकी नियामत है। ते साहिब गुरबाणी दे विच दर्ज करते हैं नियामतां की प्राप्त होंदियां हैं। कच्चो कंचन भयो शब्द गुर श्रवण है सुने। बड़े गौर के नाल विचार करना, गौर दे के विचार करके सुनना कि साहिब की बाणी कह की रही है। साहिब कहते हैं कच्चो कंचन भयो शब्द गुर श्रवण है सुने। जिन्हां ने गुरु का शब्द अपने कन्नां दे नाल सुन लिया ना, वो कच भी होण भावें उन्हां कंचन अणमुल्ला सोना बना, अणमुल्ले बना दिंदा है, कच नूं सोना बना दिंदे हैं साहिब, मन बदल दिंदे ने। ते साहिब दियां अनेक बातां हैं, एक बात नहीं आप बयान कर सकते, अनंत हैं। कबीर साथ सुनता है मस करो कलम करो बलराए, बसदा कागज जो करो हर जस लिखन ना जाए। एक अद्धी विशेषता असीं दस सकते हैं, अनेकां ही हैं। इस जीवा दे नाल उहदे किहड़े गुणां दा गुणगान करिए। तेरे गुण अनेक मैं एक नहीं, उहदे अनेक गुण बहुते गुण गिनती तो बाहर हैं। ते साहिब कहते हैं जे कच नूं सोना बना दिता ना, इत्थे बस नहीं, बिख ते अमृत होयो नाम सतगुरमुख भणियो। बिख कहते हैं जहर नूं, ते जहर को की बना दिंदा है, अमृत बना दिंदा। बिख ते अमृत होयो नाम सतगुरमुख भणियो। फिर साहिब कहते हैं लोहो होया लाल नज़र सतगुर जद धारै। जो गुरु की नज़र पै गई ना, ये साढ़े लोहे वर्गे शरीर से साहिब ने इनू अणमुल्ला, जिसका कोई मुल नहीं है, अणमुल्ला रतन लाल वो बना दिता। लोहो होया लाल नज़र सतगुर जद धारै, पाहण मानक करै गुर ज्ञान कहो विचारै। पाहण कहते पत्थर, एक पत्थर है, एक कीमती पत्थर है जिसकी कीमत नहीं, जिस तरह लाल है, माणक है, रतन है। ये साहिब कहते जेड़े जिन्हां की कीमत नहीं सी उन्होंने अणमुल्ला पत्थर को अणमुल्ला माणक बना दिता। काठो श्रीखंड सतगुर कीओ दुख दरिद्र तिन के गए। इत्थे बस नहीं है। साहिब कहते सुक्की लकड़ी नूं चंदन बना देंगे, विशेषता दे देती है, रूप बदल देता। दुख दरिद्र तिन के गए ते दुखा का नाश कर देंगे। सतगुरु चरण जिन परसिया से पास परेत सुर नर भरे। कितनी विशेषता है साहिब की बाणी की। साहिब जिहड़ा इस अकाल पुरख वाहिगुरू दे चरणां अपने हिरदे च वसा लेंदा। सतगुरु चरण जिन परसिया से पासो परेत सुर नर भरे। सस्से नूं औंकड़ है, पसो पाठ है, पास परेत सुर नर भरे। भाव पशुआं नूं राक्षसां नूं देवते बना दिता, तार दिता। एक अकाल पुरख वाहिगुरू दी नियामत है। सो दिता होया समा संतां वालों संपूर्ण होंदा है। तो आप सब संतां वालों बहुत मान सत्कार आया है। साहिब कृपा कर उस विछड़ी हुई रूह नूं अपने चरणों में निवास बख्शण। जो सेवक परिवार सरदार स्वर्गवासी सरदार देसराज सिंह, सरदार सोहन सिंह, सरदार रोशन सिंह अते सरदार रोशन सिंह, उन्हां दा परिवार सरदार गुरपाल सिंह दे धर्म पत्नी बीबी इंद्रजीत कौर जो कि सेवक परिवार नूं सਦੀव विछोड़ा दे गए हैं। साध संगत जी माता का दर्जा बहुत बड़ा है। गुरु साहिब ने माता को बहुत बड़ा दर्जा दिता है। गुरुदेव माता गुरुदेव पिता।
ਭਾਵ ਵਿਛੜੀ ਹੋਈ ਰੂਹ ਨੂੰ ਬਖਸ਼ਣ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਕੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ, ਸਮਰੱਥਾ, ਬਲ, ਉਦਮ ਬਖਸ਼ਣ। ਸਮੂਹ ਸੰਗਤਾਂ ਦਾ ਧੰਨਵਾਦ ਹੈ, ਸਮੂਹ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਧੰਨਵਾਦ ਹੈ। ਸਾਡੇ ਮਾਨਯੋਗ ਵੀਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਨੰਨੇੜੀ ਵਾਲੇ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੰਨੇੜੀ ਵਾਲੇ, ਸੋ ਇਹਨਾਂ ਦਾ ਖਾਸ ਕਰਕੇ ਧੰਨਵਾਦ ਹੈ ਜਿਨ੍ਹਾਂ ਨੇ ਆਪ ਸਭ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਵਾਏ। ਸੋ ਗੁਰੂ ਸਾਹਿਬ ਸਮਤ ਬਖਸ਼ਣ, ਹੋਈਆਂ ਭੁੱਲਾਂ ਦੀ ਖਿਮਾ। ਅੱਗੇ ਤੋਂ ਅਰਦਾਸ ਕਰਨੀ ਹੈ ਗੁਰੂ ਦੇ ਚਰਨਾਂ ਦੇ ਵਿੱਚ ਕਿ ਗੁਰੂ ਦੇ ਚਰਨਾਂ 'ਤੇ ਆਪਾਂ ਨੂੰ ਬੈਠਣਾ ਆ ਜਾਵੇ, ਅਰਦਾਸ ਬੇਨਤੀ ਕਰਨੀ ਆ ਜਾਵੇ, ਗੁਰੂ ਦੀ ਬਾਤ ਕਰਨ ਦਾ ਢੰਗ ਆ ਜਾਵੇ। ਸੋ ਹੋਈਆਂ ਭੁੱਲਾਂ ਦੀ ਖਿਮਾ, ਰਸਨਾ ਨੂੰ ਕਰ ਪਵਿੱਤਰ ਗੱਜ ਕੇ ਬੁਲਾਓ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।
ਧਿਆਈ ਹੈ ਜਿਸ ਲਿਖੇ ਸਭ ਡੁੱਬ ਜਾਵੇ। ਤੇਗ ਬਹਾਦਰ ਸਰੀਰ ਹੈ